हेलो एवरीवन वेलकम टू विक्टर्स नॉलेज दिस इज शीनू शर्मा सो ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਸੈਸ਼ਨ ਲੈ ਕੇ ਆਈ ਹਾਂ ਬੇਸਿਕਲੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਹੁਣ ਲਾਸਟ 20 ਦਿਨ ਬਚੇ ਨੇ ਤੇ ਇਹ 20 ਦਿਨਾਂ ਦੇ ਵਿੱਚ ਆਪਾਂ ਨੇ ਸਬ ਇੰਸਪੈਕਟਰ ਕਨਸਟੇਬਲ ਇਹ ਪੇਪਰਾਂ ਦੀ ਤਿਆਰੀ ਕਿਵੇਂ ਕਰਨੀ ਹੈ ਤੇ ਜਿਹੜਾ ਕੋਰਸ ਹੈ ਕੀ ਤੁਸੀਂ ਉਸ ਕੋਰਸ ਨੂੰ ਇਹ ਲਾਸਟ 20 ਦਿਨਾਂ ਦੇ ਵਿੱਚ ਕੰਪਲੀਟ ਕਰ ਸਕਦੇ ਹੋ ਸੋ ਸਾਰੀਆਂ ਚੀਜ਼ਾਂ ਪੂਰੀ ਡੀਟੇਲ ਡਿਸਕਸ਼ਨ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਲਸੋ ਪਹਿਲਾਂ ਕੋਰਸ ਬਾਰੇ ਦੱਸ ਕੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੋਰਸ ਦੇ ਵਿੱਚੋਂ ਜਿਹੜਾ ਜਨਰਲ ਸਾਇੰਸ ਦਾ ਸੈਸ਼ਨ ਮੈਂ ਲੈਣੀ ਆ ਉਹਦੇ ਡੈਮੋ ਲੈਕਚਰ ਮੈਂ ਥੋੜਾ ਜਿਹਾ ਕੰਟੈਂਟ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਦੈਟ ਤੁਹਾਨੂੰ ਆਈਡੀਆ ਹੋ ਜਾਏ ਕਿ ਕੋਰਸ ਦੇ ਵਿੱਚ ਜਿਹੜੇ ਟੌਪਿਕਸ ਨੇ ਉਹਨਾਂ ਨੂੰ ਮੈਂ ਕਿਵੇਂ ਤਿਆਰ ਕਰਵਾ ਰਹੀ ਹਾਂ ਸੋ ਨਾਓ ਲੈਟਸ ਗੈਟ ਸਟਾਰਟਡ ਸੋ ਸਭ ਤੋਂ ਪਹਿਲਾਂ ਹੁਣ ਮੈਂ ਤੁਹਾਨੂੰ ਪ੍ਰਾਈਸ ਡੀਟੇਲਸ ਦੱਸ ਦਿੰਨੀ ਆ ਜਿਹੜਾ ਕੰਪਲੀਟ ਕੋਰਸ ਹੈ ਇਹਦੇ ਵਿੱਚ ਤੁਹਾਨੂੰ ਵੀਡੀਓ ਲੈਕਚਰ ਮਿਲ ਰਹੇ ਨੇ ਵੀਡੀਓ ਲੈਕਚਰ ਤੁਸੀਂ ਕਿਵੇਂ ਲਾਸਟ 20 ਦਿਨਾਂ ਚ ਕਵਰ ਕਰ ਸਕਦੇ ਹੋ ਕਿੰਨੇ ਟੋਟਲ ਘੰਟੇ ਦੇ ਲੈਕਚਰਸ ਨੇ ਕਿਹੜੇ ਸਬਜੈਕਟ ਦੇ ਇਹ ਸਾਰੀ ਡੀਟੇਲ ਅੱਜ ਮੈਂ ਤੁਹਾਡੇ ਨਾਲ ਇਸ ਲੈਕਚਰ ਵਿੱਚ ਸ਼ੇਅਰ ਕਰੂੰਗੀ ਸੋ ਤੁਸੀਂ ਉਸ ਡੀਟੇਲ ਨੂੰ ਬਿਲਕੁਲ ਮਿਸ ਨਹੀਂ ਕਰਨਾ ਉਸ ਤੋਂ ਬਾਅਦ ਨੋਟਸ ਮਿਲ ਰਹੇ ਨੇ ਪੀਡੀਐਫ ਫਾਰਮ ਦੇ ਵਿੱਚ ਨੈਕਸਟ ਸਲਾਈਡ ਦੇ ਵਿੱਚ ਮੈਂ ਨੋਟਸ ਦੀ ਡੀਟੇਲ ਸ਼ੇਅਰ ਕੀਤੀ ਹੋਈ ਹੈ ਮੌਕ ਟੈਸਟ ਹੁਣ ਜਿਹੜੇ ਮੌਕ ਟੈਸਟ ਨੇ ਇਹ ਪੇਪਰ 1 ਤੇ ਪੇਪਰ 2 ਦੇ ਲਈ ਜਿਵੇਂ ਪਿਛਲੇ ਸਾਲ ਐਗਜ਼ਾਮ ਪੈਟਰਨ ਸੀ ਸੇਮ ਉਸੇ ਐਗਜ਼ਾਮ ਪੈਟਰਨ ਉੱਤੇ ਬੇਸ ਮੈਂ ਤਿਆਰ ਕੀਤੇ ਹੋਏ ਨੇ ਸੋ ਟੋਟਲ 8 ਮੌਕ ਟੈਸਟ ਨੇ ਉਹ ਵੀ ਤੁਹਾਨੂੰ ਇਸੇ ਕੋਰਸ ਦੇ ਵਿੱਚ ਹੀ ਮਿਲ ਰਹੇ ਨੇ ਬਾਕੀ ਕੁਝ ਕੰਪਲੀਮੈਂਟਰੀ ਪੀਡੀਐਫਸ ਨੇ ਮਟੀਰੀਅਲ ਹੈ all is included in this one course only so price है ₹3499 ਬਾਕੀ ਜੇ ਕੋਈ ਸਟੂਡੈਂਟ ਕੱਲੇ ਮੌਕ ਟੈਸਟ ਲੈਣਾ ਚਾਹੁੰਦਾ ਤਾਂ ਆਪਣੀ ਜੇ ਤੁਸੀਂ ਤਿਆਰੀ ਦੇਖਣੀ ਹੈ ਤੁਸੀਂ ਆਲਰੇਡੀ ਪ੍ਰਿਪੇਅਰ ਕਰ ਚੁੱਕੇ ਹੋ ਤਾਂ ਤੁਸੀਂ ਮੌਕ ਟੈਸਟ ਖਰੀਦ ਸਕਦੇ ਹੋ ਸੋ ਇਹਦਾ ਪ੍ਰਾਈਸ ਹੈ ₹399 ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਬਹੁਤ ਵਾਰੀ ਮੈਨੂੰ ਸਟੂਡੈਂਟ ਪੁੱਛਦੇ ਨੇ ਕਿ ਮੌਕ ਟੈਸਟ ਦੇ ਨਾਲ ਸਾਡਾ ਪੂਰਾ ਸਿਲੇਬਸ ਕਵਰ ਹੋ ਜਾਊਗਾ ਸੋ ਇਹ ਕੁਐਸਚਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਕਿਉਂਕਿ ਮੌਕ ਟੈਸਟ ਦਾ ਮਤਲਬ ਹੁੰਦਾ ਰਿਵੀਜ਼ਨ ਕਰਨੀ ਜਾਂ ਆਪਣੀ ਤਿਆਰੀ ਨੂੰ ਜਸਟ ਚੈੱਕ ਕਰਨਾ ਐਗਜ਼ਾਮ ਪੈਟਰਨ ਦੇ ਨਾਲ ਫੈਮੀਲੀਅਰ ਹੋਣਾ ਕਿ ਤੁਹਾਨੂੰ ਪੇਪਰ ਜਾ ਕੇ ਡਰ ਨਾ ਲੱਗੇ ਕਿ ਕਿਸ ਟਾਈਪ ਦੇ ਪੈਟਰਨ ਦੇ ਕੁਐਸਚਨ ਆ ਗਏ ਸੋ ਮੌਕ ਟੈਸਟ ਤੁਹਾਡੀ ਤਿਆਰੀ ਨੂੰ ਹੋਰ ਜ਼ਿਆਦਾ ਸਟਰੋਂਗ ਕਰਦੇ ਨੇ ਹੁਣ ਇੱਕ ਮੌਕ ਟੈਸਟ ਹੈ ਉਹਦੇ 100 ਕੁਐਸਚਨ ਨੇ ਜਿੰਨੇ ਨੰਬਰਾਂ ਦਾ ਪੇਪਰ ਜਿਹੜਾ ਸਬਜੈਕਟ ਆਉਣਾ ਉਹਨੇ ਨੰਬਰਾਂ ਦੇ ਕੁਐਸਚਨ ਨੇ ਹੁਣ ਮੰਨ ਲਓ ਇਹ 8 ਮੌਕ ਟੈਸਟ ਨੇ 800 ਕੁਐਸਚਨ ਤੁਹਾਡੇ ਤਿਆਰ ਹੋ ਜਾਣਗੇ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਇਹਦੇ ਨਾਲ ਥੋੜਾ ਪੂਰਾ ਸਿਲੇਬਸ ਤਿਆਰ ਹੋ ਜਾਊਗਾ ਸੋ ਇਹ ਚੀਜ਼ ਆਪਣੇ ਦਿਮਾਗ ਚੋਂ ਕੱਢ ਦਿਓ ਇਹ ਕੁਐਸਚਨ ਨਾ ਪੁੱਛਿਆ ਕਰੋ ਕਿ ਮੌਕ ਟੈਸਟ ਦੇ ਨਾਲ ਸਾਡਾ ਪੂਰਾ ਸਿਲੇਬਸ ਕਵਰ ਹੋ ਜੂ ਮੌਕ ਟੈਸਟ ਅਲੱਗ ਹੁੰਦੇ ਨੇ ਐਮਸੀਕਿਊਜ਼ ਅਲੱਗ ਹੁੰਦੇ ਨੇ ਸੋ ਆਈ ਹੋਪ ਤੁਹਾਡਾ ਇਹ ਡਾਊਟ ਵੀ ਕਲੀਅਰ ਹੋ ਗਿਆ ਹੋਊਗਾ ਉਸ ਤੋਂ ਬਾਅਦ ਆ ਜਾਓ ਨੋਟਸ ਉੱਤੇ ਨੋਟਸ ਤੁਹਾਨੂੰ ਮਿਲ ਰਹੇ ਨੇ ਪੀਡੀਐਫ ਫਾਰਮ ਦੇ ਵਿੱਚ ਸੋ ਟੋਟਲ ਨੋਟਸ ਦਾ ਪ੍ਰਾਈਸ ਹੈ ₹1500 ਤੇ ਇਹ 1500 ਦੇ ਵਿੱਚ ਮੌਕ ਟੈਸਟ ਵੀ ਇਨਕਲੂਡਡ ਨੇ ਪਰ ਜੇ ਕੋਈ ਸਟੂਡੈਂਟ ਰੀਜ਼ਨਿੰਗ ਤੇ ਕੁਆਂਟ ਤੋਂ ਬਿਨਾ ਕੱਲੇ ਜੀਐਸ ਤੇ ਜਾਂ ਡਿਜੀਟਲ ਅਵੇਅਰਨੈਸ ਦੇ ਨੋਟਸ ਖਰੀਦਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਮੌਕ ਟੈਸਟ ਅਲੱਗ ਤੋਂ ਬਾਏ ਕਰਨੇ ਪੈਣਗੇ ਸੋ ਜਿਹੜੇ ਸਟੂਡੈਂਟਸ ਨੇ ਕੱਲੇ ਨੋਟਸ ਬਾਏ ਕਰਨੇ ਨੇ ਜਾਂ ਈਵਨ ਜਿਹੜੇ ਕੋਰਸ ਵੀ ਪੂਰਾ ਬਾਏ ਕਰ ਰਹੇ ਨੇ ਉਹਨਾਂ ਦੇ ਲਈ ਮੈਂ ਦੱਸ ਦਿੰਨੀ ਆ ਕਿ ਤੁਹਾਨੂੰ ਇਸ ਤਰੀਕੇ ਦਾ ਇੱਕ ਡਰਾਈਵ ਫੋਲਡਰ ਮਿਲੂਗਾ ਇਹਦੇ ਵਿੱਚ ਸਾਰੇ ਮੈਂ ਨੋਟਸ ਇੱਕ ਜਗ੍ਹਾ ਦੇ ਉੱਤੇ ਰੱਖੇ ਹੋਏ ਨੇ ਸੋ ਦੈਟ ਤੁਹਾਨੂੰ ਕੋਈ ਦਿੱਕਤ ਨਾ ਆਵੇ ਅਲੱਗ-ਅਲੱਗ ਜਗ੍ਹਾ ਤੇ ਨਾ ਜਾਣਾ ਪਵੇ ਕੰਪਲੀਮੈਂਟਰੀ ਕੁਝ ਬੁੱਕਸ ਦੀਆਂ ਪੀਡੀਐਫਸ ਨੇ ਇਹਦੇ ਵਿੱਚ ਜਿਵੇਂ TCS ਪੈਟਰਨ ਦੀ ਇੱਕ ਪਿਨੈਕਲ ਦੀ ਬੁੱਕ ਆਉਂਦੀ ਹੈ ਬਹੁਤ ਇੰਪੋਰਟੈਂਟ ਉਹਦੀ ਪੀਡੀਐਫ ਹੈ ਦੈਨ RS ਅਗਰਵਾਲ ਦੀਆਂ ਪੀਡੀਐਫਸ ਨੇ ਸੋ ਕੰਪਲੀਮੈਂਟਰੀ ਚੀਜ਼ਾਂ ਨੇ ਜੇ ਤੁਸੀਂ ਕਿਸੇ ਹੋਰ ਪੇਪਰ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਕਿਤੇ ਹੋਰ ਮਟੀਰੀਅਲ ਦੀ ਸਰਚ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਫਿਊਚਰ ਦੇ ਵਿੱਚ ਵੀ ਸਿਰਫ ਇਹ ਫੋਲਡਰ ਖੋਲਣਾ ਤੇ ਇਹਦੇ ਵਿੱਚੋਂ ਤੁਹਾਡੀ PPSC PSSB ਹਰ ਪੇਪਰ ਦੀ ਤਿਆਰੀ ਹੋ ਜਾਣੀ ਹੈ ਸੋ ਕਰੰਟ ਅਫੇਅਰਸ ਦਾ ਅਲੱਗ ਤੋਂ ਫੋਲਡਰ ਹੈ MCQ ਡਿਟੇਲਡ ਜੁਲਾਈ 2021 ਤੋਂ ਸ਼ੁਰੂ ਹੋ ਕੇ ਜਦੋਂ ਤੱਕ ਪੇਪਰ ਹੋਊਗਾ ਹਰ ਮੰਥ ਦੇ ਤੁਹਾਨੂੰ ਇਸੇ ਫੋਲਡਰ ਦੇ ਵਿੱਚ ਨੋਟਸ ਮਿਲਦੇ ਰਹਿਣਗੇ ਕਰੰਟ ਅਫੇਅਰ ਦੇ ਉਸ ਤੋਂ ਬਾਅਦ ਸ਼ਾਰਟਕਟ ਕੀਜ਼ ਹੁਣ ਜਿਵੇਂ ਮੈਨੂੰ ਕੋਈ ਇੰਟਰਨੈਸ਼ਨਲ ਵੈਬਸਾਈਟ ਤੋਂ ਇੰਪੋਰਟੈਂਟ ਲੱਗਦਾ ਕੋਈ ਮਟੀਰੀਅਲ ਜਿਵੇਂ ਪਿਛਲੇ ਸਾਲ ਵੀ ਆਪਾਂ ਨੇ ਦੇਖਿਆ ਸੀ ਕੁਝ ਅਲੱਗ 2-3 ਕੁਐਸਚਨ ਆਏ ਸੀ ਕੰਪਿਊਟਰ ਦੇ ਸੋ 2-3 ਪੇਜਾਂ ਦੇ ਇੰਪੋਰਟੈਂਟ ਸ਼ਾਰਟਕਟ ਕੀਜ਼ ਹੋ ਗਿਆ ਜਿਵੇਂ 2021 ਦੀਆਂ 19 ਦੀਆਂ ਉਹ ਚੀਜ਼ਾਂ ਵੀ ਮੈਂ ਉਰੇ ਹੀ ਐਡ ਕਰ ਦਿੰਨੀ ਆ ਸੋ ਉਸ ਤੋਂ ਬਾਅਦ ਨੇ MCQ ਜੀਓਗ੍ਰਾਫੀ ਦੇ ਦੈਨ एग्रीकल्चर ऑफ इंडिया एंशिएंट इंडिया हिस्ट्री दे MCQs एंशिएंट इंडिया दे ਤੁਹਾਨੂੰ ਪ੍ਰੋਪਰ ਥਿਊਰੀ ਨੋਟਸ ਮਿਲ ਰਹੇ ਨੇ ਆਰਟ ਐਂਡ ਕਲਚਰ ਦੇ ਥਿਊਰੀ ਨੋਟਸ ਨੇ ਅਵੇਅਰਨੈਸ ਲੀਗਲ ਰੀਜ਼ਨਿੰਗ ਕਰੰਟ ਲੀਗਲ ਡਿਵੈਲਪਮੈਂਟ ਦੀ ਇੱਕ ਕੰਬਾਈਨਡ ਫਾਈਲ ਮਿਲ ਰਹੀ ਹੈ ਤੁਹਾਨੂੰ ਉਸ ਤੋਂ ਬਾਅਦ ਬੈਸਟ ਕੰਪਲੀਟ ਰੀਜ਼ਨਿੰਗ ਦੇ ਨੋਟਸ ਨੇ ਹੁਣ ਜਿਹੜੇ ਰੀਜ਼ਨਿੰਗ ਦੇ ਕੁਐਸਚਨ ਨੇ ਇੱਕ ਟੌਪਿਕ ਦੇ ਨਾਲ ਸਿਰਫ 40-45 ਇੰਨੇ ਕੁਐਸਚਨ ਨੇ ਤੇ ਇਹ ਜਿਹੜੇ ਕੁਐਸਚਨ ਨੇ ਇਹ TCS ਜੋ ਪੇਪਰ ਲੈਂਦੀ ਹੈ ਉਹਨਾਂ ਦੇ ਪੈਟਰਨ ਉੱਤੇ ਕੁਐਸਚਨਸ ਨੇ ਸੋ ਇਹ ਤੁਸੀਂ ਕਦੇ ਵੀ ਮਿਸ ਨਹੀਂ ਕਰਨੀ ਜੋ ਸਟੂਡੈਂਟ ਵੀ ਪੰਜਾਬ ਪੁਲਿਸ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹ ਇਹਨਾਂ ਫਾਈਲਸ ਚੋਂ ਕੁਆਂਟ ਤੇ ਰੀਜ਼ਨਿੰਗ ਦੀ ਪ੍ਰੈਕਟਿਸ ਜ਼ਰੂਰ ਕਰਕੇ ਜਾਵੇ ਉਸ ਤੋਂ ਬਾਅਦ ਇੰਗਲਿਸ਼ ਦੇ ਕਾਮਨ ਫਰੇਜ਼ਸ ਕਲਚਰ ਆਫ ਇੰਡੀਆ ਡਾਇਰੈਕਟਰੀ ਸਬ ਡਾਇਰੈਕਟਰੀ ਦੇ ਨੋਟਸ ਨੇ
ਤੁਹਾਨੂੰ ਇੱਕ ਹੀ ਫੋਲਡਰ ਵਿੱਚ ਮਿਲ ਰਹੀਆਂ ਨੇ। ਇੰਗਲਿਸ਼ ਦੇ ਨੋਟਸ ਨੇ, এনवायरमेंट, ਜੀਓਗ੍ਰਾਫੀ ਦੇ ਐਮਸੀਕਿਊ, ਜੀਓਗ੍ਰਾਫੀ ਦੇ ਨੋਟਸ, ਇਮੇਜ ਸ਼ੇਅਰਿੰਗ, ਵੀਡੀਓ ਸ਼ੇਅਰਿੰਗ ਵਾਲਾ ਜਿਹੜਾ ਟੌਪਿਕ ਹੈ ਉਹਦੇ ਉਰੇ ਅਲੱਗ ਤੋਂ ਨੋਟਸ ਪ੍ਰੋਵਾਈਡ ਕਰਵਾਏ ਨੇ। ਇੰਪੋਰਟੈਂਟ ਫਿਜ਼ਿਕਸ ਰਿਲੇਟਡ ਕੁਝ ਕੰਸੈਪਟ ਨੇ, ਇੰਡੀਅਨ ਇਕਨੋਮੀ ਦੇ ਨੋਟਸ ਨੇ, ਦੈਨ ਪੋਲਿਟੀ ਦੇ ਐਮਸੀਕਿਊਜ਼ ਨੇ, ਇੰਡੀਅਨ ਆਰਟ ਐਂਡ ਕਲਚਰ ਦੇ ਐਮਸੀਕਿਊ ਨੇ, ਲੀਗਲ ਰੀਜ਼ਨਿੰਗ ਦੇ ਐਮਸੀਕਿਊ, ਦੈਨ ਇੰਡੀਅਨ ਹਿਸਟਰੀ ਦੇ ਐਮਸੀਕਿਊ ਨੇ, ਮਿਡੀਵਲ ਇੰਡੀਆ ਦੇ ਐਮਸੀਕਿਊ ਤੇ ਮਿਡੀਵਲ ਇੰਡੀਆ ਦੀ ਥਿਊਰੀ ਅਲੱਗ ਤੋਂ, ਮਾਡਰਨ ਇੰਡੀਆ ਹਿਸਟਰੀ ਦੀ ਥਿਊਰੀ ਅਲੱਗ ਤੋਂ, ਦੈਨ ਕੁਝ ਮੋਸਟ ਇੰਪੋਰਟੈਂਟ ਸੁਪਰੀਮ ਕੋਰਟ ਦੀਆਂ ਜਜਮੈਂਟਸ ਨੇ, ਇਹਨਾਂ ਦੀ ਅਲੱਗ ਤੋਂ ਕੰਪਾਈਲੇਸ਼ਨ, then newly appointed president ਨੇ 2022 ਦੇ, ਕੋਈ ਪ੍ਰਾਈਮ ਮਿਨਿਸਟਰ ਨੇ, ਸੋ ਉਹ ਸਾਰਿਆਂ ਦੀ ਅਲੱਗ ਤੋਂ ਫਾਈਲ ਉਰੇ ਪ੍ਰੋਵਾਈਡ ਕਰਵਾਈ ਹੈ। then polity ਦੇ ਨੋਟਸ ਨੇ, ਪਾਵਰਪੁਆਇੰਟ ਕੀਬੋਰਡ ਸ਼ਾਰਟਕਟ ਕੀਜ਼, ਕੰਪਲੀਟ ਕੰਪਿਊਟਰ ਦੇ ਨੋਟਸ ਵਿਦ ਐਮਸੀਕਿਊ। ਉਸ ਤੋਂ ਬਾਅਦ ਇਹ ਦੋ ਉਰੇ ਮੌਕ ਟੈਸਟ ਨੇ, ਪੇਪਰ 1 ਤੇ ਪੇਪਰ 2 ਦੀ ਕੰਪਾਈਲੇਸ਼ਨ, ਪੰਜਾਬ ਬਜਟ, ਪੰਜਾਬ ਹਿਸਟਰੀ ਐਂਡ ਕਲਚਰ, ਪੰਜਾਬ ਹਿਸਟਰੀ ਐਂਡ ਕਲਚਰ ਦੇ ਐਮਸੀਕਿਊਜ਼, ਅਖਾਣ, ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪ੍ਰੀਵੀਅਸ ਈਅਰ ਪੇਪਰ ਦੀ ਸਾਰੀ ਕੰਪਾਈਲੇਸ਼ਨ ਹੈ। ਸਾਰੀਆਂ ਸ਼ਿਫਟਸ ਦੇ ਉਰੇ ਕੁਐਸਚਨ ਪੇਪਰ ਨੇ ਇਸ ਫਾਈਲ ਦੇ ਵਿੱਚ। ਦੈਨ ਪੰਜਾਬ ਸਟੇਟ ਦੇ ਕਰੰਟ ਅਫੇਅਰ, ਪੰਜਾਬੀ ਲੈਂਗੁਏਜ, ਕੁਆਂਟ ਆਲ ਟੌਪਿਕਸ ਫॉर ਪੰਜਾਬ ਪੁਲਿਸ, ਰੀਸੈਂਟ ਲੈਂਡਮਾਰਕ ਕ੍ਰਿਮੀਨਲ ਕੇਸਿਸ, ਸਾਇੰਸ ਨੋਟਸ, ਸਟੈਟਿਕ ਜੀਕੇ, ਵਰਡ ਇੰਪੋਰਟੈਂਟ ਸ਼ਾਰਟਕਟ ਕੀਜ਼। ਸੋ ਆਈ ਹੋਪ ਹੁਣ ਤੁਹਾਨੂੰ ਨੋਟਸ ਬਾਰੇ ਪਤਾ ਲੱਗ ਗਿਆ, ਮੌਕ ਟੈਸਟ ਬਾਰੇ ਪਤਾ ਲੱਗ ਗਿਆ, ਪ੍ਰਾਈਸ ਡਿਟੇਲਸ ਮੈਂ ਸ਼ੇਅਰ ਕਰਤੀ ਹਾਂ। ਹੁਣ ਆਉਂਦੀ ਹੈ ਸਭ ਤੋਂ ਜ਼ਰੂਰੀ ਚੀਜ਼, ਉਰੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜਿਹੜਾ ਵੀਡੀਓ ਲੈਕਚਰਸ ਨੇ ਕੋਰਸ ਦੇ ਅੰਦਰ ਕਿੰਨੇ ਘੰਟੇ ਦੀ ਟੋਟਲ ਵੀਡੀਓਜ਼ ਨੇ, ਕਿੰਨੇ ਘੰਟੇ ਦੇ ਲੈਕਚਰਸ ਨੇ, ਸੋ ਦੈਟ ਜੇ ਤੁਸੀਂ ਇੰਨਾ ਟਾਈਮ ਜਿੰਨਾ ਮੈਂ ਤੁਹਾਨੂੰ ਅੱਜ ਦੱਸਣ ਜਾ ਰਹੀ ਹਾਂ ਦੇ ਸਕਦੇ ਹੋ ਲਾਸਟ 15 ਦਿਨਾਂ ਦੇ ਵਿੱਚ, ਤਾਂ ਹੀ ਤੁਸੀਂ ਇਸ ਕੋਰਸ ਨੂੰ ਖਰੀਦਿਓ, ਅਦਰਵਾਈਜ਼ ਤੁਹਾਡੇ ਪੈਸੇ ਵੇਸਟ ਨੇ, ਤੁਸੀਂ ਕੋਰਸ ਬਾਏ ਨਾ ਕਰਿਓ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੰਨੇ ਘੰਟੇ ਦਾ ਟਾਈਮ ਪੀਰੀਅਡ ਸ਼ਡਿਊਲ ਆਪਣਾ ਮੈਨੇਜ ਨਹੀਂ ਕਰ ਸਕਦੇ ਇਨ ਥੀਸ ਲਾਸਟ 15 days, then I would personally suggest ਕਿ ਤੁਸੀਂ ਫਿਰ ਕੋਈ ਐਮਸੀਕਿਊ ਪ੍ਰੈਕਟਿਸ ਜਾਂ ਫਿਰ ਮੌਕ ਟੈਸਟ ਜਾਂ ਇਕੱਲੇ ਨੋਟਸ ਵੱਲ ਜਾਓ। ਉੱਥੇ ਫਿਰ ਤੁਸੀਂ ਜੇ ਇੰਨਾ ਟਾਈਮ ਐਲੋਕੇਟ ਨਹੀਂ ਕਰ ਸਕਦੇ ਦੈਨ ਵੀਡੀਓ ਲੈਕਚਰ ਬਾਏ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਮੈਂ ਗਲਤ ਤਰੀਕੇ ਦੇ ਨਾਲ ਇਹ ਕਹਾਂ ਕਿ ਤੁਹਾਡਾ 2 ਦਿਨ 'ਚ ਕੋਰਸ ਪੂਰਾ ਹੋ ਜਾਊਗਾ, ਤੁਸੀਂ ਮੇਰੇ ਤੋਂ ਕੋਰਸ ਖਰੀਦ ਲਓ, ਸੋ ਉਹਦਾ ਕੋਈ ਵੀ ਫਾਇਦਾ ਨਹੀਂ ਹੈ। ਸੋ ਉਰੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਪੰਜਾਬੀ ਲੈਂਗੁਏਜ ਦੇ ਟੋਟਲ 5 ਘੰਟੇ ਦੇ ਅਰਾਊਂਡ, ਇਹ ਅਪਰੋਕਸੀਮੇਟ ਮੈਂ ਟਾਈਮ ਲਿਖਿਆ ਹੋਇਆ ਹੈ, ਸੋ 2-4 ਮਿੰਟ ਉੱਪਰ ਨੀਚੇ ਹੋ ਸਕਦੇ ਆ। ਇੰਗਲਿਸ਼ ਦੇ 6 ਘੰਟੇ ਦੇ ਲੈਕਚਰ ਨੇ, ਕੰਪਿਊਟਰ ਦੇ 11.5 ਘੰਟੇ ਤੋਂ ਜ਼ਿਆਦਾ ਦੇ ਲੈਕਚਰਸ ਨੇ, ਸਾਰੇ ਲੈਕਚਰ ਐਮਸੀਕਿਊ ਫਾਰਮ ਦੇ ਨੇ, ਕਿਉਂਕਿ ਬੇਸਿਕ ਜਿਹੜੀ ਥਿਊਰੀ ਸੀ ਉਹ ਪਿਛਲੇ ਸਾਲ ਜਦੋਂ ਪੇਪਰ ਹੋਇਆ ਸੀ ਉਦੋਂ ਮੈਂ YouTube ਉੱਤੇ ਕਵਰ ਕਰਵਾਤੀ ਸੀ। ਪੰਜਾਬ ਜੀਕੇ ਦੇ 4 ਘੰਟੇ ਦੇ ਲੈਕਚਰ ਨੇ, ਲੀਗਲ ਰੀਜ਼ਨਿੰਗ ਦੇ ਰੀਜ਼ਨਿੰਗ ਕਨਸੈਪਟ ਦੇ 4.5 ਘੰਟੇ ਦੇ, ਅਵੇਅਰਨੈਸ ਆਫ ਇਸ਼ੂ 1.5 ਘੰਟੇ ਦਾ, ਜੀਓਗ੍ਰਾਫੀ ਦੇ 4.5 ਘੰਟੇ ਤੋਂ ਥੋੜੇ ਜ਼ਿਆਦਾ ਨੇ ਲੈਕਚਰਸ, ਸਾਇੰਸ ਦੇ ਅਰਾਊਂਡ 5 ਘੰਟੇ ਦੇ, ਪੋਲਿਟੀ ਦੇ 11.5 ਘੰਟੇ ਦੇ, ਮਾਡਰਨ ਇੰਡੀਆ ਹਿਸਟਰੀ 6.5 ਘੰਟੇ ਦਾ ਲੈਕਚਰ ਹੈ, ਕਰੰਟ ਅਫੇਅਰਸ ਦੇ 8 ਘੰਟੇ ਦੇ ਟੋਟਲ ਲੈਕਚਰਸ ਨੇ, ਇਕਨੋਮੀ 10.5 ਘੰਟੇ, ਇੰਡੀਅਨ ਆਰਟ ਐਂਡ ਕਲਚਰ ਦੇ 3 ਐਮਸੀਕਿਊ ਬੇਸਡ ਸੈਸ਼ਨ ਨੇ, ਟੋਟਲ 1.25 ਘੰਟੇ ਦੇ ਲੈਕਚਰ ਨੇ, এনवायरमेंट ਦੇ 5.5 ਘੰਟੇ ਤੋਂ ਥੋੜਾ ਜ਼ਿਆਦਾ ਟਾਈਮ ਪੀਰੀਅਡ ਹੈ, ਕੁਆਂਟ ਦੇ 5 ਘੰਟੇ ਤੋਂ ਜ਼ਿਆਦਾ ਦੇ ਕੰਸੈਪਟ ਉੱਤੇ, ਫਾਰਮੂਲਾ ਉੱਤੇ ਲੈਕਚਰ ਰਹਿਣ ਵਾਲੇ ਨੇ। ਸੋ ਇਹ ਹੈ ਪੂਰੀਆਂ ਟਾਈਮਿੰਗਸ। ਹੁਣ ਜਦੋਂ ਆਪਾਂ ਇਹਨਾਂ ਦਾ ਟੋਟਲ ਕਰਦੇ ਹਾਂ ਤਾਂ ਇਹ ਬਣਦੇ ਨੇ ਅਰਾਊਂਡ 90 ਘੰਟੇ। ਸੋ ਤੁਹਾਨੂੰ ਹੁਣ ਕੀ ਕਰਨ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ। ਜਦੋਂ ਆਪਾਂ 90 ਘੰਟਿਆਂ ਨੂੰ ਦਿਨਾਂ 'ਚ ਵੰਡੀਏ ਤਾਂ ਇਹ ਬਣਦੇ ਨੇ 3.75 ਦਿਨ। ਹੁਣ ਇਹ ਤਾਂ ਹੋ ਗਿਆ ਟੋਟਲ 24 ਘੰਟੇ ਦੇ ਅਨੁਸਾਰ, ਪਰ ਹੁਣ ਆਪਾਂ 24 ਘੰਟੇ ਤਾਂ ਪੜ੍ਹ ਨਹੀਂ ਸਕਦੇ। ਸੋ ਜੇ ਤੁਸੀਂ ਸਹੀ ਤਰੀਕੇ ਨਾਲ ਪੜ੍ਹਾਈ ਕਰਨਾ ਚਾਹੁੰਦੇ ਹੋ, ਲਾਸਟ 15 ਦਿਨ ਪੂਰੇ ਡੈਡੀਕੇਟ ਕਰ ਦਿਓ ਸਬ ਇੰਸਪੈਕਟਰ ਐਗਜ਼ਾਮ ਨੂੰ। ਸੋ 15 ਦਿਨਾਂ ਦੇ ਵਿੱਚ ਜੇ ਤੁਸੀਂ ਇੱਕ ਦਿਨ 'ਚ 6 ਘੰਟੇ ਦੇ ਰਹੇ ਹੋ ਵੀਡੀਓਜ਼ ਨੂੰ ਤਾਂ ਤੁਸੀਂ ਈਜ਼ੀਲੀ ਕਵਰ ਕਰ ਸਕਦੇ ਹੋ, ਕਿਉਂਕਿ ਮੈਂ ਤੁਹਾਨੂੰ ਦੱਸਿਆ ਟੋਟਲ 90 ਘੰਟੇ ਦੀਆਂ ਹੀ ਇਹ ਵੀਡੀਓਜ਼ ਨੇ, ਟੋਟਲ ਲੈਕਚਰਸ ਨੇ। ਸੋ ਇਹਨਾਂ ਨੂੰ ਤੁਸੀਂ 15 ਦਿਨਾਂ ਦੇ ਵਿੱਚ, ਕਿਉਂਕਿ ਜਦੋਂ ਆਪਾਂ 90 ਨੂੰ 6 ਨਾਲ ਡਿਵਾਈਡ ਕਰਦੇ ਹਾਂ 15 ਦਾ, ਸੋ 15 ਦਿਨਾਂ ਦੇ ਵਿੱਚ 6-6 ਘੰਟੇ ਡੇਲੀ ਦੇ ਕੇ ਤੁਸੀਂ ਇਹ ਵੀਡੀਓ ਲੈਕਚਰਸ ਪੂਰੇ ਕਰ ਸਕਦੇ ਹੋ। ਪਲੱਸ ਤੁਸੀਂ 2 ਘੰਟੇ ਦੇਣੇ ਨੇ ਨੋਟਸ ਨੂੰ, ਜੇ ਤੁਸੀਂ ਪੂਰਾ ਕੋਰਸ ਕੰਪਲੀਟ ਕੋਰਸ ਬਾਏ ਕਰ ਰਹੇ ਹੋ। ਇਹਦੇ ਨਾਲ ਤੁਹਾਡੀ ਪੂਰੀ ਪਰਫੈਕਟ ਤਿਆਰੀ ਹੋ ਜਾਊਗੀ। ਉਸ ਤੋਂ ਬਾਅਦ ਹੁਣ ਜੇ ਤੁਸੀਂ ਮੰਨ ਲਓ ਅੱਜ ਤੋਂ ਸ਼ੁਰੂ ਕਰ ਰਹੇ ਹੋ, 27 ਤੋਂ 13 ਅਕਤੂਬਰ ਤੱਕ ਤੁਸੀਂ 8 ਘੰਟੇ ਦਾ ਡੇਲੀ ਦਾ ਆਪਣਾ ਸਟੱਡੀ ਸ਼ਡਿਊਲ ਬਣਾਓ। 14-15 ਅਕਤੂਬਰ, ਕਿਉਂਕਿ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਸਬ ਇੰਸਪੈਕਟਰ ਦਾ ਪੇਪਰ ਹੋਗਾ 16 ਅਕਤੂਬਰ ਨੂੰ, ਸੋ 14-15 ਅਕਤੂਬਰ ਨੂੰ 2 ਦਿਨ ਆਪਣੇ ਰੱਖੋ ਤੁਸੀਂ ਰਿਵੀਜ਼ਨ ਤੇ ਐਮਸੀਕਿਊ ਪ੍ਰੈਕਟਿਸ ਲਈ, ਮੌਕ ਟੈਸਟ ਲਈ।
ਸੋ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਸ ਪਲਾਨ ਦੇ ਅਕੋਰਡਿੰਗ ਹਜੇ ਵੀ ਆਪਣੀ ਤਿਆਰੀ ਸਟਾਰਟ ਕਰਦੇ ਹੋ ਤਾਂ ਆਈ ਐਮ ਸ਼ੋਰ ਕਿ ਤੁਸੀਂ ਐਗਜ਼ਾਮ ਦੇ ਵਿੱਚ ਬਹੁਤ ਬ੍ਰਿਲੀਅੰਟਲੀ ਪਰਫਾਰਮ ਕਰੋਗੇ। ਤੇ ਉਰੇ ਹੁਣ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਸਮਝਾ ਦਿੰਦੀ ਹਾਂ, 90 ਘੰਟੇ ਦੇ ਟੋਟਲ ਵੀਡੀਓ ਲੈਕਚਰ ਨੇ, ਤੁਸੀਂ 15 ਦਿਨਾਂ ਦੇ ਵਿੱਚ ਡੇਲੀ 6-6 ਘੰਟੇ ਦੇਣੇ ਨੇ ਜੇ ਤੁਸੀਂ ਇਸ ਵੀਡੀਓ ਕੋਰਸ ਨੂੰ ਪੂਰਾ ਕਰਨਾ ਚਾਹੁੰਦੇ ਹੋ। So firstly, we'll talk about RBCs, red blood cell, erythrocytes. ਇਹ ਕੀ ਨੇ? ਇਹ ਬਿਨਾਂ ਕਿਸੇ ਨਿਊਕਲੀਅਸ ਤੋਂ ਨੇ। ਜਿਹੜੇ RBCs ਨੇ ਇਹਨਾਂ ਦਾ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਇਕਨਕੇਵ ਸੈਲਸ ਨੇ। ਜਿਹੜੇ ਫੀਚਰਸ ਨੇ ਇਹ ਵੀ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣੇ ਹੈ। ਇਹਨਾਂ ਦੇ ਅੰਦਰ ਮਾਈਟੋਕੌਂਡਰੀਆ ਵੀ ਨਹੀਂ ਹੁੰਦਾ। ਤੇ RBCs ਨੇ ਇਹ ਪ੍ਰੋਡਿਊਸ ਕਿੱਥੇ ਹੁੰਦੇ ਨੇ? ਵੈਰੀ ਵੈਰੀ ਇੰਪੋਰਟੈਂਟ। RBCs ਪ੍ਰੋਡਿਊਸ ਹੁੰਦੇ ਨੇ ਬੋਨ ਮੈਰੋ ਦੇ ਵਿੱਚ। ਤੇ ਇਹ ਕਿੰਨੇ ਸਮੇਂ ਦੇ ਲਈ ਇਨਸਾਨ ਦੇ ਸਰੀਰ ਦੇ ਅੰਦਰ ਰਹਿੰਦੇ ਨੇ? ਸੋ ਇਹਨਾਂ ਦਾ ਲਾਈਫ ਸਪੈਨ ਹੈ ਜਦੋਂ ਇੱਕ ਵਾਰੀ RBCs ਬਣ ਗਏ 120 ਦਿਨ। ਮੇਨ ਕੰਮ ਕੀ RBCs ਦਾ? RBCs ਲੰਗਸ ਤੋਂ ਜਿਹੜੀ ਆਕਸੀਜਨ ਹੈ ਉਹਨੂੰ ਕੈਰੀ ਕਰਦੇ ਨੇ। ਸੋ RBCs main job is to carry oxygen from lungs to body tissue ਤੇ carbon dioxide as a waste product away from tissues and back to lung। so oxygen carbon dioxide ਦਾ ਜੋ ਵੀ transportation ਦਾ ਕੰਮ ਹੈ ਉਹ ਕਰਦੇ ਆ RBC। ਤੇ RBCs ਦਾ red color ਕਿਸ ਚੀਜ਼ ਦੀ presence ਕਰਕੇ ਹੈ? so that is due to the presence of a pigment ਜਿਹਦਾ ਨਾਮ ਹੈ hemoglobin। so hemoglobin RBCs ਨੂੰ red color ਦਿੰਦਾ ਹੈ। Then next ਹੈ white blood cell, WBC। WBC ਇਹਨਾਂ ਦੇ ਅੰਦਰ ਹੀਮੋਗਲੋਬਿਨ ਨਹੀਂ ਹੁੰਦਾ, ਇਸ ਲਈ ਇਹਨਾਂ ਦਾ ਕਲਰ ਰੈੱਡ ਨਹੀਂ ਹੈ। ਇਹਨਾਂ ਦਾ ਮੇਨ ਕੰਮ ਹੈ, ਜਿਵੇਂ RBCs ਦਾ ਮੇਨ ਕੰਮ ਸੀ ਆਕਸੀਜਨ ਕਾਰਬਨ ਡਾਈਆਕਸਾਈਡ ਦੀ ਟਰਾਂਸਪੋਰਟੇਸ਼ਨ, WBC ਦਾ ਮੇਨ ਕੰਮ ਹੈ ਕਿ ਜਿੰਨੀਆਂ ਵੀ ਇਨਫੈਕਸ਼ਨਸ ਹੁੰਦੀਆਂ ਨੇ, ਜੋ ਵੀ ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਦੇ ਅਗੇਂਸਟ ਲੜਨਾ। ਸੋ WBC's ਮੇਨ ਜੌਬ ਇਜ਼ ਟੂ ਫਾਈਟ ਇਨਫੈਕਸ਼ਨਸ। ਤੇ ਇਹ ਕਿਵੇਂ ਇਨਫੈਕਸ਼ਨਸ ਦੇ ਅਗੇਂਸਟ ਫਾਈਟ ਕਰਦੇ ਨੇ? ਐਂਟੀਬੋਡੀਜ਼ ਪ੍ਰੋਡਿਊਸ ਕਰਕੇ। ਮੋਸਟ ਇੰਪੋਰਟੈਂਟ ਕੁਐਸਚਨ ਫॉर ऑल एग्जाम। ਤੇ ਜਿਹੜੇ WBC ਨੇ ਉਹ ਫਰਦਰ 3 ਟਾਈਪ ਦੇ ਨੇ, ਲਿੰਫੋਸਾਈਟ, ਗ੍ਰੈਨੂਲੋਸਾਈਟ, ਮੋਨੋਸਾਈਟਸ। ਸੋ ਇਹ 3 ਜਿਹੜੀਆਂ ਕੈਟੇਗਰੀਜ਼ ਨੇ ਫਰਦਰ WBC ਦੀਆਂ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਪਲੇਟਲੈਟਸ। ਜਿਹੜੇ ਪਲੇਟਲੈਟਸ ਨੇ ਇਹ ਬਲੱਡ ਦੀ ਕਲੌਟਿੰਗ ਵਿੱਚ ਹੈਲਪ ਕਰਦੇ ਨੇ। ਸੋ ਕਲੌਟਿੰਗ ਇਜ਼ ਅ ਸੀਰੀਜ਼ ਆਫ ਇਵੈਂਟ। ਬਲੱਡ ਕਲੌਟਿੰਗ ਜਦੋਂ ਕਿਸੇ ਨੂੰ ਕੋਈ ਇੰਜਰੀ ਹੋ ਜਾਂਦੀ ਹੈ, ਕੋਈ ਟਿਸ਼ੂ ਵਗੈਰਾ ਇੰਜਰ ਹੁੰਦਾ ਹੈ, ਤਾਂ ਨਾਲ ਜਿਹੜੇ ਪਲੇਟਲੈਟਸ ਨੇ ਉਹ ਘਟਣ ਲੱਗ ਜਾਂਦੇ ਨੇ। ਸੋ ਪਲੇਟਲੈਟਸ ਹੈਲਪ ਕਰਦੇ ਨੇ ਬਲੱਡ ਦੀ ਕਲੌਟਿੰਗ ਦੇ ਅੰਦਰ। ਇਹ ਤੁਸੀਂ ਚੀਜ਼ ਯਾਦ ਰੱਖਣੀ ਹੈ। ਸੋ ਹੁਣ ਆਪਾਂ ਕੁਝ ਇੰਪੋਰਟੈਂਟ ਡਿਸੀਜ਼ਸ ਦੇਖਾਂਗੇ ਜਿਹੜੀਆਂ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਇੰਪੋਰਟੈਂਟ ਹੈ, ਜਿਨ੍ਹਾਂ ਵਿੱਚੋਂ ਬਾਰ-ਬਾਰ ਕੁਐਸਚਨਸ ਰਿਪੀਟ ਹੁੰਦੇ ਆ। ਸੋ ਪਹਿਲਾਂ ਆਪਾਂ ਦੇਖਾਂਗੇ ਵਾਇਰਸ ਤੋਂ ਹੋਣ ਵਾਲੀਆਂ ਡਿਸੀਜ਼ਸ। ਜਿਹੜਾ ਵਾਇਰਸ ਹੈ ਉਹ ਐਜ਼ ਸੱਚ ਨਿਊਕਲਿਕ ਐਸਿਡ ਤੇ ਪ੍ਰੋਟੀਨ ਦਾ ਬਣਿਆ ਹੁੰਦਾ ਹੈ। ਤੇ ਵਾਇਰਸ ਇੱਕ ਜੀਨ ਦੀ ਤਰ੍ਹਾਂ ਹੈ, ਇਹਦਾ ਆਪਣਾ ਖੁਦ ਦਾ ਕੋਈ ਸੈੱਲ ਨਹੀਂ ਹੈ। ਮੋਸਟਲੀ ਹੋਸਟ ਸੈੱਲ ਇਹਨੂੰ ਡਿਕਟੇਟ ਕਰਦਾ ਹੈ ਕਿ ਕਿਵੇਂ ਵਾਇਰਸ ਪਾਰਟੀਕਲਸ ਨੂੰ ਪ੍ਰੋਡਿਊਸ ਕਰਦਾ ਹੈ। ਸੋ ਇਹਦੇ ਵਿੱਚ ਆਪਾਂ ਪਹਿਲਾਂ ਗੱਲ ਕਰਾਂਗੇ HIV ਦੀ। ਏਡਸ ਜਿਹੜੀ ਬਿਮਾਰੀ ਹੈ, ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ, ਇਹਦੀ ਫੁੱਲ ਫਾਰਮ ਐਗਜ਼ਾਮ ਦੇ ਵਿੱਚ ਐਜ਼ ਇਟ ਇਜ਼ ਬਹੁਤ ਵਾਰੀ ਰਿਪੀਟ ਹੁੰਦੀ ਹੈ। ਏਡਸ ਬਿਮਾਰੀ ਹੈ ਜਿਹੜੀ HIV ਤੋਂ ਹੁੰਦੀ ਹੈ। HIV ਦੀ ਫੁੱਲ ਫਾਰਮ ਕੀ ਹੈ? ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਇਹ ਇਸ ਤਰ੍ਹਾਂ ਦਾ ਵਾਇਰਸ ਹੈ ਜਿਹਦੇ ਅੰਦਰ RNA ਹੁੰਦਾ, ਉਹਦਾ ਜੈਨੇਟਿਕ ਮਟੀਰੀਅਲ। ਤੇ ਪਹਿਲਾ ਕੇਸ ਏਡਸ ਦਾ ਆਇਆ ਸੀ 1981 USA ਵਿੱਚ। ਤੇ ਜਿਹੜਾ HIV ਹੈ ਇਹਨੂੰ ਡਿਟੈਕਟ ਕੀਤਾ ਜਾਂਦਾ ਬਲੱਡ, ਯੂਰਿਨ, ਸੀਮਨ, ਸਲਾਈਵਾ, ਟੀਅਰਸ ਦੇ ਵਿੱਚ। ਦੈਨ ਜਿਹੜਾ ਵਾਇਰਸ ਹੈ ਇਹ ਇਨਸਾਨ ਦੇ ਪੂਰੇ ਇਮਿਊਨ ਸਿਸਟਮ ਉੱਤੇ ਅਸਰ ਕਰਦਾ ਹੈ ਤੇ ਇਹਦਾ ਇਨਕਿਊਬੇਸ਼ਨ ਪੀਰੀਅਡ ਹੈ 10 ਤੋਂ ਲੈ ਕੇ 12 ਸਾਲ। ਸੋ ਇੱਕ ਬਹੁਤ ਹੀ ਲੰਬੀ ਹਾਨੀਕਾਰਕ ਬਿਮਾਰੀ ਹੈ। ਤੇ ਮੋਸਟਲੀ ਜਿਹੜਾ ਇਹ ਪੀਰੀਅਡ ਹੈ ਇਹਦੇ ਵਿੱਚ ਜਿਹੜਾ ਇਨਫੈਕਟਿਡ ਪਰਸਨ ਹੈ ਇਹ ਪੋਜ਼ਿਟਿਵ ਰਿਜ਼ਲਟ ਸ਼ੋ ਕਰਨ ਲੱਗ ਜਾਂਦਾ, ਜਿਹਨੂੰ ਆਪਾਂ HIV ਪੋਜ਼ਿਟਿਵ ਕਹਿੰਦੇ ਆ। ਤੇ ਏਡਸ HIV ਪੋਜ਼ਿਟਿਵ ਦੀ ਲਾਸਟ ਸਟੇਜ ਹੈ। ਸੋ 10 ਤੋਂ 12 ਸਾਲਾਂ ਦੇ ਅੰਦਰ ਇਹ ਜਿਹੜੀ ਬਿਮਾਰੀ ਹੈ ਇਹ ਫੈਲਦੀ ਹੈ ਹੌਲੀ ਹੌਲੀ ਸਰੀਰ ਦੇ ਅੰਦਰ, ਤੇ ਕਾਫੀ ਲਾਸਟ ਸਟੇਜ ਤੇ ਜਾ ਕੇ ਇਹਦਾ ਪਤਾ ਚੱਲਦਾ ਹੈ, ਕਿਉਂਕਿ ਸਟਾਰਟਿੰਗ ਦੇ ਜਿਹੜੇ ਸਾਲ ਨੇ ਉਹਨਾਂ ਵਿੱਚ ਇਹ ਜ਼ਿਆਦਾ ਡਾਇਰੈਕਟ ਅਸਰ ਨਹੀਂ ਦਿਖਾਉਂਦੀ। ਸੋ ਜਦੋਂ ਦੀ ਲਾਸਟ ਸਟੇਜ ਹੁੰਦੀ ਹੈ ਏਡਸ ਜਿਹਨੂੰ ਆਪਾਂ ਕਹਿੰਦੇ ਆ, ਉਹ ਬਹੁਤ ਹੀ ਜ਼ਿਆਦਾ ਡੇਂਜਰਸ ਸਟੇਜ ਹੈ। ਤੇ ਜ਼ਿਆਦਾਤਰ ਜਿਹੜੇ ਇੰਡੀਵਿਜੂਅਲਸ ਨੇ ਜਦੋਂ ਉਹਨਾਂ ਨੂੰ ਏਡਸ ਹੋ ਜਾਂਦਾ, ਇਹ ਲਾਸਟ ਵਾਲੀ ਸਟੇਜ ਹੋ ਜਾਂਦੀ ਹੈ, ਤਾਂ ਉਹ ਇਸ ਸਟੇਜ ਵਿੱਚ ਆ ਕੇ ਆਲਮੋਸਟ 3 ਸਾਲਾਂ ਦੇ ਅੰਦਰ ਅੰਦਰ ਉਹਨਾਂ ਦੀ ਡੈਥ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਨਾਲ ਹੋਰ ਬਿਮਾਰੀਆਂ ਲੱਗ ਜਾਂਦੀਆਂ ਨੇ, ਹੋਰ ਇਨਫੈਕਸ਼ਨਸ ਹੋ ਜਾਂਦੀਆਂ ਨੇ, ਕੈਂਸਰ ਵਗੈਰਾ ਹੋ ਜਾਂਦਾ ਹੈ।
ਤੇ ਇਹਦੇ ਸਿੰਪਟਮਸ ਕੀ ਨੇ, ਕਿਵੇਂ ਪਤਾ ਚੱਲਦਾ ਕਿ ਤੁਹਾਨੂੰ ਏਡਸ ਹੋ ਸਕਦਾ ਹੈ? ਸਵੋਲਨ ਲਿੰਫ ਨੋਡਸ, ਫੀਵਰ, ਰਾਤ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, weight ਬਹੁਤ ਜ਼ਿਆਦਾ ਲੂਜ਼ ਹੁੰਦਾ ਹੈ। ਐਡੀਸ਼ਨਲ ਇਨਫੋਰਮੇਸ਼ਨ ਦੇਖ ਲੈਂਦੇ ਆ, ਇਹਦਾ ਪ੍ਰੀਵੀਅਸ ਈਅਰ ਪੇਪਰ ਦੇ ਉੱਤੇ ਬੇਸਡ ਹੈ। ਇਹ ਪੇਪਰ 'ਚ ਤਾਂ ਪੁੱਛੀ ਗਈ ਕਿਉਂਕਿ ਜਦੋਂ ਪੇਪਰ ਹੋਇਆ 2021 'ਚ, ਉਸ ਸਮੇਂ ਤੋਂ ਪਹਿਲਾਂ ਇਹ ਕਾਫੀ ਜ਼ਿਆਦਾ ਨਿਊਜ਼ ਵਿੱਚ ਸੀ, ਕਿਉਂਕਿ ਇਹਦਾ ਅਲੱਗ-ਅਲੱਗ ਜਗ੍ਹਾ ਤੇ ਹਾਰਮਫੁਲ ਇਫੈਕਟ ਨਿਊਜ਼ ਵਿੱਚ ਆਇਆ ਸੀ, ਸਾਹਮਣੇ ਆਇਆ ਸੀ। ਸੋ ਪੇਪਰ 'ਚ ਡਾਇਰੈਕਟਲੀ ਪੁੱਛਿਆ ਹੋਇਆ ਸੀ ਕਿ ਬੋਰਡਿਕਸ ਮਿਕਸਚਰ ਕਿਸ ਚੀਜ਼ ਨਾਲ ਬਣਿਆ ਹੁੰਦਾ। ਸੋ ਆਨਸਰ ਸੀ ਕਾਪਰ ਸਲਫੇਟ, ਲਾਈਮ ਤੇ ਵਾਟਰ। ਇੱਕ ਇਫੈਕਟਿਵ ਫੰਗੀਸਾਈਡ ਹੈ, ਬੈਕਟੀਰੀਸਾਈਡ ਹੈ। ਇਹਨੂੰ ਅਲੱਗ-ਅਲੱਗ ਬਿਮਾਰੀਆਂ ਕੰਟਰੋਲ ਕਰਨ ਦੇ ਲਈ ਵਰਤਿਆ ਜਾਂਦਾ ਤੇ ਇਹਦੇ ਨਾਲ ਬਿਮਾਰੀਆਂ ਕੰਟਰੋਲ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦੀਆਂ ਨੇ। ਪਰ ਜਿਹੜਾ ਇਹ ਮਿਕਸਚਰ ਹੈ, ਬੋਰਡਿਕਸ ਮਿਕਸਚਰਸ ਕਾਪਰ, ਇਹ ਹਾਰਮਫੁਲ ਹੋ ਸਕਦੀ ਹੈ ਫਿਸ਼ ਲਈ, ਲਾਈਵ ਸਟਾਕ ਲਈ, ਅਰਥਵਰਮ ਤੇ ਈਵਨ ਹਿਊਮਨਸ ਲਈ। ਹੁਣ ਬਹੁਤ ਸਾਰੇ ਦੇਸ਼ਾਂ 'ਚ ਜਿੱਥੇ ਐਕੁਆਟਿਕ ਐਨੀਮਲਸ ਨੂੰ ਇਹ ਡਾਇਰੈਕਟ ਖਤਰਾ ਪੈਦਾ ਕਰ ਰਹੀ ਸੀ, ਉੱਥੇ ਬੈਨ ਕਰਨ ਦੀ ਮੰਗ ਆਈ ਸੀ ਤੇ ਕਾਫੀ ਦੇਸ਼ਾਂ 'ਚ ਬੈਨ ਵੀ ਹੈ। ਸੋ ਤੁਸੀਂ ਯਾਦ ਰੱਖਣਾ ਹੈ ਇਹ ਬੋਰਡਿਕਸ ਮਿਕਸਚਰ ਬਾਰੇ। ਉਸ ਤੋਂ ਬਾਅਦ ਹੁਣ ਆਪਣੇ ਲਈ ਇਸ ਸਾਲ ਦੇ ਪੇਪਰ ਲਈ ਸਭ ਤੋਂ ਇੰਪੋਰਟੈਂਟ ਚੀਜ਼ਾਂ ਨੇ। ਪੰਜਾਬ ਸਰਕਾਰ ਨੇ ਜਿਹੜੇ 10 ਇਨਸੈਕਟੀਸਾਈਡ ਬੈਨ ਕੀਤੇ ਨੇ। ਸੋ 12 ਅਗਸਤ 2022 ਤੋਂ ਲੈ ਕੇ 60 ਦਿਨਾਂ ਦੇ ਲਈ, ਆਲਮੋਸਟ 2 ਮਹੀਨਿਆਂ ਦੇ ਲਈ ਪੰਜਾਬ ਸਰਕਾਰ ਨੇ ਕਹਿਤਾ ਕਿ ਕਿਸੇ ਨੇ ਵੀ ਇਹ 10 ਇਨਸੈਕਟੀਸਾਈਡ ਦੀ ਵਰਤੋਂ ਨਹੀਂ ਕਰਨੀ, ਕਿਉਂਕਿ ਹੁਣ ਬਾਸਮਤੀ ਉਗਾਈ ਜਾ ਰਹੀ ਹੈ ਤਾਂ ਬਾਸਮਤੀ ਰਾਈਸ ਗਰੋਅਰਸ ਨੂੰ ਇਹ ਇਨਸੈਕਟੀਸਾਈਡਸ ਦੇ ਨਾਲ ਉਹਨਾਂ ਦੀ ਕ੍ਰੌਪ ਨੂੰ ਡਾਇਰੈਕਟ ਨੁਕਸਾਨ ਹੋਣ ਦੇ ਚਾਂਸ ਨੇ। ਸੋ ਇਹਦੇ ਲਈ ਪੰਜਾਬ ਸਰਕਾਰ ਨੇ ਕਦਮ ਚੁੱਕਿਆ। ਸਟੇਟ ਐਗਰੀਕਲਚਰ ਫਾਰਮਰ ਵੈਲਫੇਅਰ ਡਿਪਾਰਟਮੈਂਟ in its notification pointed out that state government believes that sale, stock distribution ਤੇ use, ਇਹ ਤਿੰਨੋਂ ਚੀਜ਼ਾਂ ਬੰਦ ਕਰਤੀਆਂ 2 ਮਹੀਨੇ ਲਈ। ਇਹ ਸਾਰੇ 10 ਤੇ 10 ਇਨਸੈਕਟੀਸਾਈਡ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸੋ ਇਹ ਤੁਸੀਂ ਉਰੋਂ ਦੇਖ ਸਕਦੇ ਹੋ। ਉਸ ਤੋਂ ਬਾਅਦ ਇੱਕ ਨਵਾਂ ਵਾਇਰਸ ਨਿਊਜ਼ ਵਿੱਚ ਬਹੁਤ ਜ਼ਿਆਦਾ ਆ ਰਿਹਾ ਹੈ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU ਨੇ ਫਾਊਂਡ ਕੀਤਾ ਹੈ ਇੱਕ ਸਦਰਨ ਰਾਈਸ ਬਲੈਕ ਸਟ੍ਰੀਕ ਡਵਾਰਫ ਵਾਇਰਸ। ਇਹ ਉਹਦੀ ਸ਼ਾਰਟ ਫਾਰਮ ਹੈ। ਇੱਕ ਵਾਇਰਲ ਡਿਸੀਜ਼ ਹੈ ਜਿਹੜੀ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਪੈਡੀ ਪਲਾਂਟਸ ਨੂੰ ਖਰਾਬ ਕਰ ਰਹੀ ਹੈ। ਸੋ ਇਹ ਨਾਮ ਐਸ ਸੱਚ ਤੁਸੀਂ ਯਾਦ ਰੱਖਣਾ ਹੈ, ਕਿਹੜੀ ਪਲਾਂਟ ਨੂੰ ਖਰਾਬ ਕਰ ਰਹੀ ਹੈ? ਪੈਡੀ। Next is application of neutralizations in everyday life. ਸੋ ਹੁਣ ਜੇ ਆਪਾਂ ਐਸਿਡ ਬੇਸ ਦੀ ਗੱਲ ਕਰਦੇ ਹਾਂ, ਐਸਿਡ ਬੇਸ ਨੂੰ ਜੇ ਆਪਾਂ ਨੇ ਨਿਊਟਰਲਾਈਜ਼ ਕਰਨਾ ਹੈ, ਕਦੇ ਉਹ ਜ਼ਿਆਦਾ ਹੋ ਗਿਆ, ਜ਼ਿਆਦਾ ਮਾਤਰਾ ਵਿੱਚ ਆਪਣੀ ਬੋਡੀ 'ਚ ਆ ਗਿਆ, ਤਾਂ ਉਸ ਚੀਜ਼ ਦੇ ਅਸਰ ਨੂੰ ਘਟਾਉਣ ਦੇ ਲਈ, ਉਹਨੂੰ ਨਿਊਟਰਲਾਈਜ਼ ਕਰਨ ਦੇ ਲਈ ਆਪਾਂ ਕੀ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਇਨਡਾਈਜੈਸ਼ਨ। ਜਦੋਂ ਆਪਾਂ ਨੂੰ ਕੋਈ ਚੀਜ਼ ਚੰਗੀ ਤਰ੍ਹਾਂ ਪਚਦੀ ਨਹੀਂ, ਆਪਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀ ਆ, ਤਾਂ ਉਹਦਾ ਮਤਲਬ ਹੁੰਦਾ ਕਿ ਆਪਣੇ ਪੇਟ ਵਿੱਚ, ਜਦੋਂ ਆਪਾਂ ਕਹਿੰਦੇ ਐਸਿਡਿਟੀ ਬਣ ਗਈ, ਉਹਦਾ ਮਤਲਬ ਹੁੰਦਾ ਕਿ ਆਪਣੇ ਪੇਟ ਦੇ ਅੰਦਰ, ਸਟਮਕ ਦੇ ਅੰਦਰ ਹਾਈਡਰੋਕਲੋਰਿਕ ਐਸਿਡ ਹੈ ਜਿਹੜਾ ਉਹ ਜ਼ਿਆਦਾ ਬਣ ਗਿਆ। ਇਟ ਹੈਲਪਸ ਅਸ ਟੂ ਡਾਈਜੈਸਟ ਫੂਡ। ਇਹ ਆਪਣੇ ਜਿਹੜਾ ਹਾਈਡਰੋਕਲੋਰਿਕ ਐਸਿਡ ਹੈ, ਇਹ ਫੂਡ ਨੂੰ ਪਚਾਉਣ ਦੇ ਲਈ ਮਦਦ ਕਰਦਾ। ਪਰ ਜੇ ਕਦੇ ਜ਼ਰੂਰਤ ਤੋਂ ਜ਼ਿਆਦਾ ਐਸਿਡ ਇਕੱਠਾ ਹੋ ਜਾਵੇ ਤਾਂ ਉਹਦੇ ਨਾਲ ਇਨਡਾਈਜੈਸ਼ਨ ਹੁੰਦੀ ਹੈ, ਆਪਣਾ ਪੇਟ ਦਰਦ ਕਰਦਾ ਹੈ। ਤੇ ਇਸੇ ਇਨਡਾਈਜੈਸ਼ਨ ਤੋਂ ਰਿਲੀਫ ਪਾਉਣ ਦੇ ਲਈ, ਇਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਆਪਾਂ ਕੀ ਕਰਦੇ ਹਾਂ? ਇੱਕ ਐਂਟਾਸਿਡ ਲੈਂਦੇ ਹਾਂ। ਐਂਟਾਸਿਡ ਦਾ ਮਤਲਬ ਹੈ ਜਦੋਂ ਜ਼ਿਆਦਾ ਐਸਿਡ ਹੋ ਜਾਵੇ ਤਾਂ ਆਪਾਂ ਨੂੰ ਉਹਦੇ ਇਫੈਕਟ ਨੂੰ ਨਿਊਟਰਲਾਈਜ਼ ਕਰਨ ਦੇ ਲਈ ਹੁਣ ਇੱਕ ਬੇਸਿਕ ਚੀਜ਼ ਦੀ ਲੋੜ ਹੈ, ਇੱਕ ਬੇਸ ਲੈਣ ਦੀ ਲੋੜ ਹੈ। ਸੋ ਆਪਾਂ ਲੈਂਦੇ ਹਾਂ ਮੈਗਨੀਸ਼ੀਅਮ ਹਾਈਡਰੋਕਸਾਈਡ, ਮਿਲਕ ਆਫ ਮੈਗਨੀਸ਼ੀਆ, ਕਿਉਂਕਿ ਇਹ ਜਿਹੜੀ ਚੀਜ਼ ਹੈ, ਇਹ ਕੀ ਹੈ? ਇੱਕ ਬੇਸਿਕ ਚੀਜ਼ ਹੈ। ਸੋ ਜਦੋਂ ਜ਼ਿਆਦਾ ਐਸਿਡ ਹੋ ਗਿਆ ਤਾਂ ਆਪਾਂ ਜਦੋਂ ਬੇਸਿਕ ਉਹਦੇ ਵਿੱਚ ਚੀਜ਼ ਕੋਈ ਬੇਸ ਐਡ ਕਰਦੇ ਹਾਂ ਤਾਂ ਉਹਦੇ ਨਾਲ ਜਿਹੜਾ ਐਕਸਟਰਾ ਵਾਲਾ ਐਸਿਡ ਹੈ ਉਹਦਾ ਅਸਰ ਨਿਊਟਰਲਾਈਜ਼ ਹੋ ਜਾਂਦਾ ਹੈ, ਘਟ ਜਾਂਦਾ ਹੈ। ਸੋ ਐਸਿਡ ਤੇ ਬੇਸ ਹੈ ਜਿਹੜਾ, ਜੇ ਇਹ ਇੱਕ ਸਹੀ ਮਾਤਰਾ ਦੇ ਵਿੱਚ ਆਪਣੀ ਬੋਡੀ 'ਚ ਰਹਿਣ, ਨਿਊਟਰਲਾਈਜ਼ ਹੋ ਕੇ ਰਹਿਣ, ਤਾਂ ਹੀ ਆਪਣੀ ਬੋਡੀ ਦੀ ਸਹੀ ਫੰਕਸ਼ਨਿੰਗ ਹੋ ਸਕਦੀ ਹੈ। ਸੋ ਐਸਿਡ ਜੇ ਐਕਸੈਸ ਹੋ ਗਿਆ ਤਾਂ ਉਹਨੂੰ ਆਪਾਂ ਘਟਾਉਣ ਦੇ ਲਈ ਕੀ ਲਵਾਂਗੇ? ਬੇਸ ਲਵਾਂਗੇ, ਸੋ ਦੈਟ ਇੱਕ ਬੈਲੈਂਸ ਬਣ ਜਾਵੇ। ਦੈਨ ਹੈ ਆਂਟ ਬਾਈਟ। ਜੇ ਆਪਾਂ ਨੂੰ ਕਦੇ ਕੀੜੀ ਕੱਟ ਲੈਂਦੀ ਹੈ, ਸੋ ਉਹ ਆਪਣੇ ਅੰਦਰ ਫਾਰਮਿਕ ਐਸਿਡ ਐਡ ਕਰਦੀ ਹੈ, ਆਪਾਂ ਨੂੰ ਬਹੁਤ ਹੀ ਜ਼ਿਆਦਾ ਇਰੀਟੇਸ਼ਨ ਹੁੰਦੀ ਹੈ, ਸਕਿਨ ਦੇ ਅੰਦਰ ਇੱਕ ਲਿਕੁਇਡ ਐਡ ਕਰ ਦਿੰਦੀ ਹੈ ਜਿਹਦਾ ਨਾਮ ਹੈ ਫਾਰਮਿਕ ਐਸਿਡ, ਜੋ ਆਂਟ ਸਟਿੰਗ ਦੇ ਵਿੱਚੋਂ ਨਿਕਲਦਾ।
ਜਿਹੜਾ ਇਹ ਐਸਿਡ ਹੈ, ਜਦੋਂ ਆਪਾਂ ਨੂੰ ਇਹਦੇ ਨਾਲ ਇਚਿੰਗ ਹੁੰਦੀ ਹੈ, ਆਪਾਂ ਨੂੰ ਬਹੁਤ ਇਰੀਟੇਸ਼ਨ ਹੁੰਦੀ ਹੈ ਸਕਿਨ ਉੱਤੇ, ਜਦੋਂ ਵੀ ਕੋਈ ਕੀੜੀ ਕੱਟ ਲੈਂਦੀ ਹੈ, ਤਾਂ ਆਪਾਂ ਕੀ ਕਰਦੇ ਹਾਂ, ਉਹਦੇ ਉੱਤੇ ਜੇ ਬੇਕਿੰਗ ਸੋਡਾ ਲਗਾ ਦਈਏ, ਮੋਇਸਟ ਬੇਕਿੰਗ ਸੋਡਾ ਜਾਂ ਕੈਲੇਮਾਈਨ ਸੋਲਿਊਸ਼ਨ ਜਿਨ੍ਹਾਂ ਦੇ ਅੰਦਰ ਜ਼ਿੰਕ ਕਾਰਬੋਨੇਟ ਹੁੰਦਾ ਹੈ। ਸੋ ਜੇ ਆਪਾਂ ਇਹ ਚੀਜ਼ਾਂ ਲਗਾ ਦਈਏ ਤਾਂ ਜਿਹੜਾ ਐਸਿਡ ਹੈ, ਜਿਹੜਾ ਆਂਟ ਦੇ ਕੱਟਣ ਤੋਂ ਨਿਕਲਿਆ ਆਪਣੀ ਸਕਿਨ ਦੇ ਅੰਦਰ ਗਿਆ, ਉਹ ਐਸਿਡ ਦੇ ਉੱਤੇ ਜਦੋਂ ਇਹ ਬੇਸ ਲਗਾਵਾਂਗੇ ਤਾਂ ਜਿਹੜਾ ਐਕਸ਼ਨ ਹੈ ਉਹ ਕੀ ਹੋ ਜਾਊਗਾ, ਨਿਊਟਰਲਾਈਜ਼, ਤੇ ਆਪਾਂ ਨੂੰ ਉਸ ਪੇਨ ਤੋਂ, ਉਸ ਇਰੀਟੇਸ਼ਨ ਤੋਂ ਰਿਲੀਫ ਮਿਲੂਗਾ। ਨੈਕਸਟ ਇਜ਼ ਸੋਇਲ ਟ੍ਰੀਟਮੈਂਟ। ਜਦੋਂ ਬਹੁਤ ਜ਼ਿਆਦਾ ਕੈਮੀਕਲ ਫਰਟੀਲਾਈਜ਼ਰ ਆਪਾਂ ਮਿੱਟੀ ਦੇ ਵਿੱਚ ਵਰਤ ਲੈਂਦੇ ਹਾਂ ਤਾਂ ਉਹਦੇ ਨਾਲ ਮਿੱਟੀ ਐਸਿਡਿਕ ਨੇਚਰ ਦੀ ਹੋ ਜਾਂਦੀ ਹੈ, ਪਲਾਂਟਸ ਨੇ ਜਿਹੜੇ ਸਹੀ ਤਰ੍ਹਾਂ ਗਰੋ ਨਹੀਂ ਕਰ ਪਾਉਂਦੇ, ਕਿਉਂਕਿ ਜੇ ਮਿੱਟੀ ਜ਼ਿਆਦਾ ਐਸਿਡਿਕ ਹੈ ਜਾਂ ਫਿਰ ਜ਼ਿਆਦਾ ਬੇਸਿਕ ਹੈ ਤਾਂ ਪਲਾਂਟਸ ਨੇ ਜਿਹੜੇ ਉਹ ਉਸ ਮਿੱਟੀ ਵਿੱਚ ਕਦੇ ਵੀ ਗਰੋ ਨਹੀਂ ਕਰ ਪਾਉਂਦੇ। ਜੇ ਸੋਇਲ ਮਿੱਟੀ ਜ਼ਿਆਦਾ ਐਸਿਡਿਕ ਹੋ ਗਈ ਤਾਂ ਉਹਦੇ ਵਿੱਚ ਆਪਾਂ ਬੇਸ ਐਡ ਕਰਾਂਗੇ, ਜਿਵੇਂ ਕੁਇਕ ਲਾਈਮ ਹੋ ਗਿਆ, ਕੈਲਸ਼ੀਅਮ ਆਕਸਾਈਡ, ਸਲੇਕਡ ਲਾਈਮ ਹੋ ਗਿਆ, ਕੈਲਸ਼ੀਅਮ ਹਾਈਡਰੋਕਸਾਈਡ। ਜੇ ਔਨ ਦੀ ਅਦਰ ਹੈਂਡ ਮਿੱਟੀ ਕਈ ਵਾਰੀ ਜ਼ਿਆਦਾ ਬੇਸਿਕ ਹੋ ਗਈ ਤਾਂ ਉਹਦੇ ਵਿੱਚ ਆਪਾਂ ਆਰਗੈਨਿਕ ਮੈਟਰ ਐਡ ਕਰਾਂਗੇ। ਆਰਗੈਨਿਕ ਮੈਟਰ ਕਿਉਂ ਐਡ ਕਰਾਂਗੇ, ਕਿਉਂਕਿ ਆਰਗੈਨਿਕ ਮੈਟਰ ਕੁਝ ਇਸ ਤਰ੍ਹਾਂ ਦੇ ਐਸਿਡ ਰਿਲੀਜ਼ ਕਰਦਾ ਹੈ ਜਿਹੜੇ ਸੋਇਲ ਦੇ ਅੰਦਰ ਬੇਸਿਕ ਜੋ ਨਿਊਟ੍ਰੀਐਂਟ ਚੀਜ਼ਾਂ ਪ੍ਰੈਜ਼ੈਂਟ ਨੇ, ਨੈਚੁਰਲ ਚੀਜ਼ਾਂ ਪ੍ਰੈਜ਼ੈਂਟ ਨੇ, ਉਹਨਾਂ ਨੂੰ ਨਿਊਟਰਲਾਈਜ਼ ਕਰਦਾ, ਉਹਨਾਂ ਦੇ ਇਫੈਕਟ ਨੂੰ ਨਿਊਟਰਲਾਈਜ਼ ਕਰਦਾ ਹੈ, ਬਰਾਬਰ ਕਰਦਾ ਹੈ। ਸੋ ਸੋਇਲ ਟ੍ਰੀਟਮੈਂਟ ਦੇ ਲਈ ਤੁਸੀਂ ਉਰੇ ਯਾਦ ਰੱਖਣਾ ਹੈ ਐਗਜ਼ਾਮ ਦੇ ਲਈ ਕਿ ਜੇ ਮਿੱਟੀ ਜ਼ਿਆਦਾ ਐਸਿਡਿਕ ਹੋ ਗਈ ਤਾਂ ਆਪਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਐਡ ਕਰ ਸਕਦੇ ਹਾਂ। ਸੋ ਇੱਕ ਤਾਂ ਹੋ ਗਿਆ ਕੈਲਸ਼ੀਅਮ ਆਕਸਾਈਡ ਕੁਇਕਲਾਈਮ, ਦੂਜਾ ਹੋ ਗਿਆ ਕੈਲਸ਼ੀਅਮ ਹਾਈਡਰੋਕਸਾਈਡ ਸਲੇਕਡ ਲਾਈਮ, ਤੇ ਜੇ ਮਿੱਟੀ ਜ਼ਿਆਦਾ ਬੇਸਿਕ ਹੋ ਗਈ ਤਾਂ ਆਪਾਂ ਉਹਦੇ ਵਿੱਚ ਪਾਵਾਂਗੇ ਆਰਗੈਨਿਕ ਮੈਟਰ। ਤੇ ਲਾਸਟ ਵਿੱਚ ਆਉਂਦਾ ਫੈਕਟਰੀ ਵੇਸਟ। ਸੋ ਬਹੁਤ ਸਾਰੀਆਂ ਫੈਕਟਰੀਆਂ 'ਚੋਂ ਜਿਹੜਾ ਵੇਸਟ ਨਿਕਲਦਾ ਉਹਦੇ ਅੰਦਰ ਐਸਿਡ ਹੁੰਦੇ ਨੇ, ਤੇ ਜਦੋਂ ਇਹ ਵੇਸਟ ਵਾਟਰ ਬੋਡੀਜ਼ 'ਚ ਜਾਂਦਾ ਤਾਂ ਉਹ ਐਸਿਡ ਜਿਹੜੇ ਐਕੁਆਟਿਕ ਪਲਾਂਟਸ ਨੇ, ਐਨੀਮਲਸ ਨੇ, ਉਹਨਾਂ ਉੱਤੇ ਬਹੁਤ ਹੀ ਜ਼ਿਆਦਾ ਹਾਰਮਫੁਲ ਇਫੈਕਟ ਕਰਦਾ, ਉਹਨਾਂ ਨੂੰ ਮਾਰ ਦਿੰਦਾ। ਜਿਹੜਾ ਫੈਕਟਰੀ ਦਾ ਵੇਸਟ ਹੈ ਇਹਨੂੰ ਆਪਾਂ ਨਿਊਟਰਲਾਈਜ਼ ਕਰ ਸਕਦੇ ਹਾਂ ਜੇ ਆਪਾਂ ਇਹਦੇ ਵਿੱਚ ਬੇਸਿਕ ਸਬਸਟੈਂਸ ਨੂੰ ਐਡ ਕਰ ਦਈਏ। ਸੋ ਹੁਣ ਆਪਾਂ ਨੇ ਨਿਊਟਰਲਾਈਜ਼ ਇਫੈਕਟ ਦੀ ਤਾਂ ਗੱਲ ਕਰ ਲਈ, ਪਰ ਐਸ ਜੇ ਆਪਾਂ ਨਿਊਟਰਲਾਈਜੇਸ਼ਨ ਰਿਐਕਸ਼ਨ ਦੀ ਗੱਲ ਕਰੀਏ, ਕਈ ਵਾਰੀ ਐਗਜ਼ਾਮ ਵਿੱਚ ਇਹਦੇ ਬਾਰੇ ਵੀ ਆ ਜਾਂਦਾ ਹੈ ਕਿ ਨਿਊਟਰਲਾਈਜੇਸ਼ਨ ਦਾ ਮਤਲਬ ਹੈ ਕਿ ਤੁਸੀਂ ਐਸਿਡ ਤੇ ਬੇਸ ਨੂੰ ਇਕੱਠਾ ਕਰਤਾ, ਤੇ ਨਿਊਟਰਲਾਈਜੇਸ਼ਨ ਰਿਐਕਸ਼ਨ ਦੇ ਅੰਦਰ ਜਿਹੜਾ ਐਸਿਡ ਤੇ ਬੇਸ ਹੈ ਇਹ ਇਕੱਠਾ ਹੋ ਕੇ ਕੀ ਚੀਜ਼ ਤਿਆਰ ਕਰਦੇ ਨੇ। ਸੋ ਇਨ ਅ ਨਿਊਟਰਲਾਈਜੇਸ਼ਨ ਰਿਐਕਸ਼ਨ ਐਸਿਡ ਐਂਡ ਬੇਸ ਕੰਬਾਈਨ ਟੂ ਫਾਰਮ salt and water। ਸੋ ਨਮਕ ਤੇ ਪਾਣੀ ਇਹ ਦੋ ਚੀਜ਼ਾਂ ਰਿਲੀਜ਼ ਕਰਦੇ ਆ ਐਸਿਡ ਤੇ ਬੇਸ ਇਨ ਅ ਨਿਊਟਰਲਾਈਜੇਸ਼ਨ ਰਿਐਕਸ਼ਨ। ਸੋ ਬਹੁਤ ਵਾਰੀ ਐਗਜ਼ਾਮ ਵਿੱਚ ਇਹ ਵੀ ਡਾਇਰੈਕਟਲੀ ਕੁਐਸਚਨ ਆ ਜਾਂਦਾ ਹੈ ਕਿ ਪ੍ਰੋਡਕਟਸ ਕੀ ਨੇ ਨਿਊਟਰਲਾਈਜੇਸ਼ਨ ਰਿਐਕਸ਼ਨ ਦੇ। ਸੋ ਉੱਥੇ ਤੁਹਾਡਾ ਆਨਸਰ ਹੋਊਗਾ ਸਾਲਟ ਐਂਡ ਵਾਟਰ। ਸੋ ਨੈਕਸਟ ਨੂੰ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਇੰਪੋਰਟੈਂਟ ਕਨਸੈਪਟ ਦੀ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਫਿਜ਼ਿਕਸ ਦੇ ਕੁਐਸਚਨ ਬਣ ਕੇ ਆਉਂਦੇ ਨੇ, ਜੋ ਐਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਨੇ। ਸੋ ਇਹ ਹੈ ਲਾਈਟ ਦਾ ਕਨਸੈਪਟ। ਲਾਈਟ ਦੀ ਜਿਹੜੀ ਥਿਊਰੀ ਹੈ ਬੇਸਿਕਲੀ ਉਹ ਸ਼ੁਰੂ ਹੁੰਦੀ ਹੈ ਲਾਈਟ ਦੇ ਪਾਰਟੀਕਲਸ ਤੋਂ। ਸੋ ਜਿਹੜੀ ਮਾਡਰਨ ਕੁਆਂਟਮ ਥਿਊਰੀ ਹੈ ਲਾਈਟ ਦੀ, ਉਹ ਕਹਿੰਦੀ ਹੈ ਵੀ ਲਾਈਟ ਦੇ ਅੰਦਰ ਕੁਝ ਪਾਰਟੀਕਲਸ ਨੇ ਜਿਨ੍ਹਾਂ ਦਾ ਨਾਮ ਹੈ ਫੋਟੋਨ। ਜਿਹੜੀ ਲਾਈਟ ਹੈ ਇੱਕ ਵੇਵ ਦੀ ਤਰ੍ਹਾਂ ਕੰਮ ਕਰਦੀ ਹੈ, ਤੇ ਜਿਹੜੇ ਲਾਈਟ ਦੀ ਪਾਰਟੀਕਲਸ ਨੇ ਉਹਨਾਂ ਦੇ ਆਪਾਂ ਨੇਚਰ ਉਦੋਂ ਹੀ ਸਮਝ ਸਕਦੇ ਹਾਂ ਜਦੋਂ ਲਾਈਟ ਕਿਸੇ ਚੀਜ਼ ਦੇ ਵਿੱਚੋਂ ਟਰੈਵਲ ਕਰਦੀ ਹੈ। ਸੋ ਲਾਈਟ ਕਿਸ ਤਰੀਕੇ ਨਾਲ ਟਰੈਵਲ ਕਰ ਰਹੀ ਹੈ, ਸਟ੍ਰੇਟ ਲਾਈਨ ਦੇ ਵਿੱਚ ਜਾਂ ਬੈਂਡ ਹੋ ਰਹੀ ਹੈ। ਸੋ ਇਹ ਆਪਾਂ ਅਲੱਗ-ਅਲੱਗ ਤਰੀਕੇ ਦੇ ਜੇ ਲਾਈਟ ਦੇ ਪਾਰਟੀਕਲ ਨੂੰ ਸਮਝਣਾ ਤਾਂ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਹਾਂ। ਸੋ ਲਾਈਟ ਦੀ ਡਬਲ ਨੇਚਰ ਦੀ ਜੇ ਗੱਲ ਕਰੀਏ, ਇਹ ਮਾਡਰਨ ਕੁਆਂਟਮ ਥਿਊਰੀ ਦੀ ਗੱਲ ਕਰੀਏ ਤਾਂ ਇਹ ਲਾਈਟ ਦੀਆਂ ਦੋ ਪ੍ਰੋਪਰਟੀਜ਼ ਦਿੰਦੀ ਆ ਆਪਾਂ ਨੂੰ, ਇੱਕ ਰਿਫਲੈਕਸ਼ਨ, ਦੂਜੀ ਰਿਫਰੈਕਸ਼ਨ। ਸੋ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਸਮਝੋ ਕਿ ਡੂਅਲ ਨੇਚਰ ਹੈ ਲਾਈਟ ਦੀ। ਇੱਕ ਉਹਦੀ ਪ੍ਰੋਪਰਟੀ ਹੈ ਕਿ ਉਹ ਰਿਫਲੈਕਟ ਹੁੰਦੀ ਹੈ, ਦੂਜੀ ਉਹਦੀ ਪ੍ਰੋਪਰਟੀ ਹੈ ਕਿ ਉਹ ਰਿਫਰੈਕਟ ਹੁੰਦੀ ਹੈ। ਸਭ ਤੋਂ ਪਹਿਲਾਂ ਹੁਣ ਆਪਾਂ ਸਮਝਦੇ ਹਾਂ ਰਿਫਲੈਕਸ਼ਨ ਲਾਈਟ ਦੀ। ਜੇ ਆਪਾਂ ਨੇ ਲਾਈਟ ਦੀ ਡਾਇਰੈਕਸ਼ਨ ਹੈ, ਜਿਹੜੀ ਜਿਸ ਤਰਫ ਲਾਈਟ ਜਾ ਰਹੀ ਹੈ, ਜੋ ਦੀ ਡਾਇਰੈਕਸ਼ਨ ਹੈ ਉਹਨੂੰ ਬਦਲਣਾ ਹੈ, ਤਾਂ ਉਹਦੇ ਲਈ ਆਪਾਂ ਇੱਕ ਮਿਰਰ ਦੀ ਵਰਤੋਂ ਕਰਦੇ ਹਾਂ। ਸੋ ਲੈਟ ਇਟ ਫਾਲ ਔਨ ਅ ਸ਼ਾਈਨੀ ਸਰਫੇਸ, ਪੋਲਿਸ਼ਡ ਸਰਫੇਸ ਸਚ ਐਜ਼ ਮਿਰਰ। ਸੋ ਇੱਕ ਐਕਸਪੈਰੀਮੈਂਟ ਆਪਾਂ ਨੂੰ ਦੱਸ ਰਹੇ ਨੇ ਕਰਕੇ, ਇੱਕ ਆਪਾਂ ਨੂੰ ਫਿਨੋਮੀਨਨ ਦੇ ਜ਼ਰੀਏ ਸਮਝਾ ਰਹੇ ਨੇ ਕਿ ਲਾਈਟ ਦੀ ਰਿਫਲੈਕਸ਼ਨ ਕਿਵੇਂ ਹੁੰਦੀ ਹੈ, ਉਹ ਕਿਸ ਤਰੀਕੇ ਨਾਲ ਆਪਣੀ ਡਾਇਰੈਕਸ਼ਨ ਹੈ ਉਹਨੂੰ ਬਦਲਦੀ ਹੈ। ਸੋ ਜੇ ਆਪਾਂ ਲਾਈਟ ਦੀ ਡਾਇਰੈਕਸ਼ਨ ਨੂੰ ਚੇਂਜ ਕਰਨਾ ਚਾਹੁੰਦੇ ਹਾਂ, ਇਫ ਵੀ ਵਿਸ਼ ਟੂ ਚੇਂਜ ਦ ਡਾਇਰੈਕਸ਼ਨ ਆਫ ਲਾਈਟ, let it fall
on a shiny surface ਜਿਵੇਂ ਕਿ ਇੱਕ ਮਿਰਰ ਹੋ ਗਿਆ। ਜਿਹੜਾ ਇਹ ਫਿਨੋਮੀਨਨ ਹੈ, ਜਿਹੜਾ ਇਹ ਇੱਕ ਤਰੀਕਾ ਹੈ ਜਿਹਦੇ ਕਰਕੇ ਲਾਈਟ ਮਿਰਰ ਦੇ ਉੱਤੇ ਗਿਰ ਕੇ ਆਪਣੀ ਡਾਇਰੈਕਸ਼ਨ ਨੂੰ ਬਦਲ ਲੈਂਦੀ ਹੈ, ਉਹ ਫਿਨੋਮੀਨਨ ਨੂੰ ਹੀ ਕਿਹਾ ਜਾਂਦਾ ਹੈ ਰਿਫਲੈਕਸ਼ਨ ਆਫ ਲਾਈਟ। ਸੋ ਲਾਈਟ ਕਦੋਂ ਰਿਫਲੈਕਟ ਹੁੰਦੀ ਹੈ? ਲਾਈਟ ਜਿਵੇਂ ਕਿਸੇ ਚੀਜ਼ ਉੱਤੇ ਗਿਰੀ ਤੇ ਉਹਨੇ ਪਿੱਛੇ ਨੂੰ ਗਈ, ਆਪਣਾ ਐਂਗਲ ਬਦਲ ਰਿਹਾ। ਸੋ ਇਹ ਸਾਰੇ ਕਨਸੈਪਟ ਨੂੰ ਕਿਹਾ ਜਾਂਦਾ ਜਦੋਂ ਆਪਣੀ ਡਾਇਰੈਕਸ਼ਨ ਬਦਲ ਲੈਂਦੀ ਹੈ ਕਿ ਲਾਈਟ ਰਿਫਲੈਕਟ ਹੋ ਰਹੀ ਹੈ। ਤੇ ਰਿਫਲੈਕਟ ਕਦੋਂ ਹੋਊਗੀ? ਜਦੋਂ ਲਾਈਟ ਕਿਸੇ ਮਿਰਰ ਉੱਤੇ ਗਿਰੂਗੀ। ਸੋ ਦੋ ਤਰੀਕੇ ਦੇ ਐਂਗਲ ਬਣਾਉਂਦੀ ਹੈ, ਇੱਕ ਬਣਾਉਂਦੀ ਹੈ ਲਾਈਟ ਇਨਸੀਡੈਂਸ ਦਾ ਐਂਗਲ, ਦੂਜਾ ਰਿਫਲੈਕਸ਼ਨ ਦਾ। ਸੋ ਪਹਿਲੀ ਚੀਜ਼ ਤਾਂ ਤੁਸੀਂ ਐਗਜ਼ਾਮ ਦੇ ਲਈ ਇਹ ਤਿਆਰ ਕਰ ਲਓ ਕਿ ਜਿਹੜਾ ਰਿਫਲੈਕਸ਼ਨ ਦਾ ਲਾਅ ਹੈ ਇਹਦੇ ਅੰਦਰ ਤੁਸੀਂ ਦੋ ਐਂਗਲਸ ਦੀ ਗੱਲ ਕਰਨੀ ਹੈ, ਇੱਕ ਦਾ ਨਾਮ ਹੈ ਐਂਗਲ ਆਫ ਇਨਸੀਡੈਂਸ, ਦੂਜੇ ਦਾ ਨਾਮ ਹੈ ਐਂਗਲ ਆਫ ਰਿਫਲੈਕਸ਼ਨ। ਤੇ ਜਿਹੜਾ ਲਾਅ ਹੈ ਰਿਫਲੈਕਸ਼ਨ ਦਾ ਉਹ ਇਹ ਕਹਿੰਦਾ ਵੀ ਜਿਹੜਾ ਐਂਗਲ ਆਫ ਇਨਸੀਡੈਂਸ ਹੈ ਤੇ ਐਂਗਲ ਆਫ ਰਿਫਲੈਕਸ਼ਨ ਹੈ ਦੋਨੋਂ ਬਿਲਕੁਲ ਬਰਾਬਰ ਹੈ, ਇਕੁਅਲ ਹੈ। ਦੂਜਾ ਲਾਅ ਕਹਿੰਦਾ ਹੈ ਵੀ ਜਿਹੜੀ ਇਨਸੀਡੈਂਟ ਰੇ ਹੈ ਇਹ ਮਿਰਰ ਦੇ ਬਿਲਕੁਲ ਨਾਰਮਲ ਹੈ ਐਟ ਦ ਪੁਆਇੰਟ ਆਫ ਇਨਸੀਡੈਂਸ ਐਂਡ ਰਿਫਲੈਕਟਡ ਰੇ ਆਲ ਲਾਈ ਇਨ ਦ ਸੇਮ ਪਲੇਨ। ਜਿਹੜੀ ਵੀ ਇਨਸੀਡੈਂਟ ਰੇ ਹੈ ਜਾਂ ਫਿਰ ਜਿਹੜੀ ਵਾਪਸ ਤੋਂ ਰਿਫਲੈਕਟਡ ਰੇ ਜਾ ਰਹੀ ਹੈ, ਇਸ ਲਾਅ ਦੇ ਮੁਤਾਬਿਕ ਇਹ ਸਾਰੀਆਂ ਬਿਲਕੁਲ ਸਿੱਧੀਆਂ ਆਪਸ ਦੇ ਵਿੱਚ ਲਾਈ ਕਰਦੀਆਂ ਨੇ ਸੇਮ ਪਲੇਨ ਉੱਤੇ। ਸੋ ਇਹ ਦੋ ਜਿਹੜੇ ਲਾਅ ਨੇ ਰਿਫਲੈਕਸ਼ਨ ਦੇ, ਐਗਜ਼ਾਮ ਦੇ ਵਿੱਚ ਇਹ ਐਜ਼ ਇਟ ਇਜ਼ ਸਟੇਟਮੈਂਟ ਬੇਸਡ ਕੁਐਸਚਨ ਬਣ ਕੇ ਆਉਂਦੇ ਨੇ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਇੱਕ ਪਲੇਨ ਮਿਰਰ ਹੈ ਉਹ ਕਿਸ ਤਰ੍ਹਾਂ ਦੀ ਇਮੇਜ ਬਣਾਉਂਦਾ। ਸੋ ਜਿਹੜੀ ਸਾਈਜ਼ ਹੁੰਦੀ ਹੈ ਉਹ ਬਿਲਕੁਲ ਆਬਜੈਕਟ ਦੇ ਸਾਈਜ਼ ਦੇ ਇਕੁਅਲ ਹੁੰਦੀ ਹੈ ਇਮੇਜ ਦੀ। ਜਦੋਂ ਵੀ ਤੁਸੀਂ ਆਪਣੇ ਆਪ ਨੂੰ ਇੱਕ ਪਲੇਨ ਮਿਰਰ ਦੇ ਵਿੱਚ ਦੇਖਦੇ ਹੋ ਤਾਂ ਤੁਹਾਨੂੰ ਆਪਣਾ ਜਿਹੜਾ ਸਾਈਜ਼ ਹੈ ਉਹ ਬਿਲਕੁਲ ਸਹੀ ਓਨਾ ਹੀ ਦਿਖਦਾ ਹੈ। ਜਿਹੜੀ ਇਮੇਜ ਬਣਦੀ ਹੈ ਉਹ ਬਹੁਤ ਪਿੱਛੇ ਬਣਦੀ ਹੈ ਅਸਲੀ ਮਿਰਰ ਤੋਂ। ਉਸ ਤੋਂ ਬਾਅਦ ਜਿਹੜੀ ਇਮੇਜ ਹੈ ਕਈ ਵਾਰੀ ਉਹ ਲੇਟਰਲੀ ਇਨਵਰਟਡ ਹੁੰਦੀ ਹੈ, ਮਤਲਬ ਕਿ ਜਿਹੜੀ ਚੀਜ਼ ਅਸਲ ਵਿੱਚ ਸੱਜੇ ਹੈ ਉਹ ਤੁਹਾਨੂੰ ਪਲੇਨ ਮਿਰਰ ਵਿੱਚ ਖੱਬੇ ਦਿਖੂਗੀ। ਇਹ ਤੁਸੀਂ ਖੁਦ ਖੜ ਕੇ ਵੀ ਦੇਖ ਸਕਦੇ ਹੋ ਇੱਕ ਪਲੇਨ ਮਿਰਰ ਦੇ ਅੱਗੇ। ਜਿਹੜੀ ਚੀਜ਼ ਲੈਫਟ ਹੈ ਉਹ ਤੁਹਾਨੂੰ ਰਾਈਟ ਦਿਖੂਗੀ। ਤੇ ਇਹ ਜਿਹੜੀ ਉਲਟੀ ਦਿਖਣ ਵਾਲਾ ਕਨਸੈਪਟ ਹੈ, ਫਿਨੋਮੀਨਨ ਹੈ, ਇਹਦਾ ਨਾਮ ਹੈ ਲੇਟਰਲ ਇਨਵਰਜਨ। ਸੋ ਦਿਸ ਇਜ਼ ਅਗੇਨ ਵੈਰੀ ਵੈਰੀ ਇੰਪੋਰਟੈਂਟ। ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਊਗਾ ਕਿ ਲੇਟਰਲ ਇਨਵਰਜਨ ਕਿਸ ਤਰ੍ਹਾਂ ਦੇ ਮਿਰਰ ਦਾ ਕਨਸੈਪਟ ਹੈ। ਸੋ ਉੱਥੇ ਤੁਹਾਨੂੰ ਕਨਕੇਵ ਮਿਰਰ, ਸਪੈਰੀਕਲ ਮਿਰਰ, ਕਨਵੈਕਸ ਮਿਰਰ, ਪਲੇਨ ਮਿਰਰ, ਇਸ ਤਰ੍ਹਾਂ ਦੀਆਂ 3-4 ਆਪਸ਼ਨ ਹੋਣਗੀਆਂ ਤੇ ਤੁਹਾਡਾ ਉੱਥੇ ਸਹੀ ਉੱਤਰ ਹੋਊਗਾ ਪਲੇਨ ਮਿਰਰ। ਸੋ ਲੇਟਰਲ ਇਨਵਰਜਨ ਫਿਨੋਮੀਨਨ ਕਿਸ ਤਰ੍ਹਾਂ ਦੇ ਮਿਰਰ ਦੇ ਨਾਲ ਰਿਲੇਟਡ ਹੈ? ਪਲੇਨ ਮਿਰਰ। ਨੈਕਸਟ ਆ ਗਿਆ ਸਫੈਰੀਕਲ ਮਿਰਰ। ਜਿਹੜੇ ਸਫੈਰੀਕਲ ਮਿਰਰ ਨੇ ਇਹ ਦੋ ਤਰ੍ਹਾਂ ਦੇ ਨੇ। ਸਫੈਰੀਕਲ ਦਾ ਮਤਲਬ ਹੈ ਕਰਵਡ, ਕੁਝ ਅੰਦਰ ਨੂੰ ਕਰਵਡ ਨੇ, ਕੁਝ ਬਾਹਰ ਨੂੰ। ਸੋ ਇਹ ਜਿਹੜੇ ਦੋ ਤਰ੍ਹਾਂ ਦੇ ਕਰਵਡ ਮਿਰਰ ਨੇ ਇਹਨਾਂ ਦਾ ਨਾਮ ਹੈ ਕਨਵੈਕਸ ਤੇ ਕਨਕੇਵ। ਸੋ ਜਿਹੜੇ ਕਨਕੇਵ ਮਿਰਰ ਨੇ, ਸੋ ਸਫੈਰੀਕਲ ਮਿਰਰ ਦੋ ਤਰ੍ਹਾਂ ਦੇ ਨੇ, ਕਨਕੇਵ ਤੇ ਕਨਵੈਕਸ। ਜਿਹੜੇ ਕਨਕੇਵ ਮਿਰਰ ਨੇ ਬੇਸਿਕਲੀ ਇਹ ਅੰਦਰ ਨੂੰ ਕਰਵਡ ਨੇ, ਇਹਨਾਂ ਦਾ ਜਿਹੜਾ ਕਰਵ ਹੈ ਉਹ ਅੰਦਰਲੀ ਸਾਈਡ ਨੂੰ ਹੈ ਤੇ ਜਿਨ੍ਹਾਂ ਦਾ ਬਾਹਰਲੀ ਸਾਈਡ ਨੂੰ ਹੈ ਉਹਨਾਂ ਨੂੰ ਨਾਮ ਦਿੱਤਾ ਗਿਆ ਕਨਵੈਕਸ ਮਿਰਰ ਦਾ। ਤੇ ਸੋ ਨਾਓ ਫਰਸਟਲੀ ਵਿਲ ਟਾਕ ਅਬਾਊਟ ਮਿਸਾਈਲ ਐਂਡ ਮਿਸਾਈਲ ਡਿਫੈਂਸ ਸਿਸਟਮ। ਸਭ ਤੋਂ ਪਹਿਲੀ ਚੀਜ਼ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇੰਡੀਆ ਦੇ ਅੰਦਰ ਜੋ ਵੀ ਇਹ ਡਿਫੈਂਸ ਸੈਕਟਰ ਦੇ ਅੰਦਰ ਮਿਸਾਈਲਸ ਵਰਤੀਆਂ ਜਾਂਦੀਆਂ ਨੇ ਕਿੰਨੀ ਤਰ੍ਹਾਂ ਦੀਆਂ ਨੇ, ਕਿਹੜੀਆਂ ਟਾਈਪ ਦੀਆਂ ਨੇ। ਸੋ ਦੋ ਤਰ੍ਹਾਂ ਦੀਆਂ ਨੇ, ਇੱਕ ਹੈ ਬੈਲਿਸਟਿਕ, ਦੂਜੀ ਹੈ ਕਰੂਜ਼ ਮਿਸਾਈਲ। ਜਿਹੜੀ ਬੈਲਿਸਟਿਕ ਤੇ ਕਰੂਜ਼ ਦਾ ਪਹਿਲਾਂ ਤੁਸੀਂ ਮੇਨ ਅੰਤਰ ਯਾਦ ਰੱਖਣਾ ਹੈ, ਦੈਟ ਇਜ਼ ਬੈਲਿਸਟਿਕ ਯੂਜ਼ ਕੀਤੀ ਜਾਂਦੀ ਹੈ ਵਾਰਹੈਡਸ ਲਈ ਤੇ ਜਿਹੜੀ ਕਰੂਜ਼ ਮਿਸਾਈਲ ਹੈ ਮੇਨਲੀ ਉਹਨੂੰ ਡਾਇਰੈਕਟਲੀ ਆਪਾਂ ਯੁੱਧ ਵਿੱਚ ਲੜਾਈ 'ਚ ਨਹੀਂ ਵਰਤਦੇ, ਉਹ ਐਟਮੋਸਫੇਅਰ ਦੇ ਵਿੱਚ ਆਪਾਂ ਨੂੰ ਹੋਰ ਇਨਫੋਰਮੇਸ਼ਨ ਦੇਣ ਦੇ ਲਈ ਉਸੇ ਤਰ੍ਹਾਂ ਇੱਕ ਕਾਂਸਟੈਂਟ ਸਪੀਡ ਦੇ ਉੱਤੇ ਚੱਲਦੀ ਰਹਿੰਦੀ ਹੈ। ਬੈਲਿਸਟਿਕ ਮਿਸਾਈਲ ਇੱਕ ਇਹੋ ਜਿਹਾ ਟ੍ਰੈਜੈਕਟਰੀ, ਇੱਕ ਇਹੋ ਜਿਹਾ ਕੰਮ ਹੈ, ਇਹਦਾ ਆਬਜੈਕਟਿਵ ਹੈ ਕਿ ਇਹਨੇ ਇੱਕ ਜਾਂ ਇੱਕ ਤੋਂ ਜ਼ਿਆਦਾ ਵਾਰਹੈਡ ਇੱਕ ਪਹਿਲਾਂ ਤੋਂ ਡਿਟਰਮਿਨ ਕੀਤੇ ਹੋਏ ਟਾਰਗੇਟ ਦੇ ਉੱਤੇ ਚੱਲਣਾ ਨੇ। ਸੋ ਇਹਦੇ ਅੰਦਰ ਇਨਫੋਰਮੇਸ਼ਨ ਐਡ ਕਰ ਦਿੱਤੀ ਜਾਂਦੀ ਹੈ ਕਿ ਇਹਨੇ ਕਿੱਥੇ ਜਾ ਕੇ ਗਿਰਨਾ ਹੈ ਤੇ ਜਿਹੜਾ ਟਾਰਗੇਟ ਹੈ ਉਹ ਪ੍ਰੀ ਡਿਟਰਮਾਈਨ ਹੁੰਦਾ ਤੇ ਜ਼ਿਆਦਾ ਲਾਰਜ ਏਰੀਆ ਕਵਰ ਕਰ ਸਕਦੀ ਹੈ ਬੈਲਿਸਟਿਕ ਮਿਸਾਈਲ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ that ballistic missile is guided only during relatively brief period of flight। ਜਦੋਂ ਇਹਨੂੰ ਫਲਾਈਟ ਲਈ ਆਪਾਂ ਤਿਆਰ ਕਰਦੇ ਹਾਂ ਜਾਂ ਫਲਾਈਟ ਦੇ ਵਿੱਚ ਵੀ ਸਿਰਫ ਛੋਟੀ ਛੋਟੀ ਇਨਫੋਰਮੇਸ਼ਨ ਆਪਾਂ ਇਹਦੇ ਵਿੱਚ ਐਡ ਆਨ ਕਰ ਸਕਦੇ ਹਾਂ, ਬਾਕੀ ਇਹ ਆਪਣਾ ਕੰਮ ਆਪਣੇ ਪ੍ਰੀ ਡਿਟਰਮਾਈਨਡ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਕਰਦੀ ਹੈ, ਉੱਥੇ ਜਾ ਕੇ ਇਹ ਰੁਕੂਗੀ।
ਸੋ ਬਾਕੀ ਜਿਹੜੀ ਹੈ ਰੈਸਟ ਆਫ ਇਟਸ ਟ੍ਰੈਜੈਕਟਰੀ ਇਜ਼ ਅਨਪਾਵਰਡ ਤੇ ਇਹਨੂੰ ਮੇਨ ਚਲਾਉਂਦਾ ਕੀ ਹੈ? ਸੋ ਬੈਲਿਸਟਿਕ ਮਿਸਾਈਲ ਨੂੰ ਚਲਾਉਂਦੀ ਹੈ ਗ੍ਰੈਵਿਟੀ ਤੇ ਇਹ ਜ਼ਿਆਦਾ ਆਪਾਂ ਹਾਈਟ ਉੱਤੇ ਭੇਜ ਸਕਦੇ ਆ ਤੇ ਈਜ਼ੀ ਹੈ ਇਹਨੂੰ ਟਰੈਕ ਕਰਨਾ। ਜਿਹੜੀ ਕਰੂਜ਼ ਮਿਸਾਈਲ ਹੈ ਇਟ ਇਜ਼ ਗਾਈਡਡ ਮਿਸਾਈਲ ਦੈਟ ਰਿਮੇਨਸ ਇਨ ਐਟਮੋਸਫੇਅਰ। ਸੋ ਮੈਂ ਤੁਹਾਨੂੰ ਪਹਿਲਾਂ ਮੀਨਿੰਗ ਦੇ ਵਿੱਚ ਦੱਸਿਆ ਕਿ ਐਟਮੋਸਫੇਅਰ ਦੇ ਵਿੱਚ ਹੀ ਰਹਿੰਦੀ ਹੈ, ਨਾਲ ਹੀ ਇੱਕ ਅਪਰੋਕਸੀਮੇਟਲੀ ਸੇਮ ਸਪੀਡ ਉੱਤੇ ਚੱਲਦੀ ਰਹਿੰਦੀ ਹੈ। ਜਿਹੜਾ ਟਾਰਗੇਟ ਹੈ ਉਹ ਬਹੁਤ ਹੀ ਜ਼ਿਆਦਾ ਮੋਬਾਈਲ ਹੁੰਦਾ ਹੈ, ਈਜ਼ੀਲੀ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਜੇ ਕੋਈ ਨਵੀਂ ਆਪਾਂ ਨੇ ਇਨਫੋਰਮੇਸ਼ਨ ਐਡ ਕਰਨੀ ਹੈ ਉਹ ਕਰ ਸਕਦੇ ਹਾਂ। ਤੇ ਮੋਸਟਲੀ ਕੀ ਹੁੰਦਾ ਹੈ, ਛੋਟੇ ਟਾਰਗੇਟਸ ਲੈ ਕੇ ਚੱਲਦੀਆਂ ਨੇ ਕਰੂਜ਼ ਮਿਸਾਈਲ। ਸੈਲਫ ਨੇਵੀਗੇਟਿੰਗ ਹੈ, ਜੇ ਇਹਨਾਂ ਨੇ ਆਪਣੀ ਕੋਈ ਡਾਇਰੈਕਸ਼ਨ ਵਗੈਰਾ, ਕਿਉਂਕਿ ਇਹਦੇ ਟਾਰਗੇਟ ਪ੍ਰੀ ਡਿਟਰਮਾਈਨ ਨਹੀਂ ਹੈ, ਇਹਨੂੰ ਆਪਾਂ ਵੈਸੇ ਐਟਮੋਸਫੇਅਰ ਦੇ ਵਿੱਚ ਇੱਕ ਪਾਰਟਿਕੂਲਰ ਪਰਪਸ ਦੇ ਲਈ ਛੱਡ ਦਿੰਦੇ ਆ। ਸੋ ਦਿਸ ਇਜ਼ ਸੈਲਫ ਨੇਵੀਗੇਟਿੰਗ। ਨਾਲ ਹੀ ਬਹੁਤ ਹੀ ਜ਼ਿਆਦਾ ਐਕਸਟ੍ਰੀਮਲੀ ਲੋ ਹਾਈਟਸ, ਲੋ ਆਲਟੀਟਿਊਡ ਉੱਤੇ ਵੀ ਇਹ ਕੰਮ ਕਰ ਸਕਦੀਆਂ ਨੇ ਤੇ ਨਾਲ ਹੀ ਇਹਨਾਂ ਨੂੰ ਟਰੈਕ ਕਰਨਾ ਮੁਸ਼ਕਿਲ ਹੁੰਦਾ ਹੈ। ਸੋ ਤੁਹਾਨੂੰ ਐਗਜ਼ਾਮ ਦੇ ਲਈ ਪਤਾ ਹੋਣੀ ਚਾਹੀਦੀ ਹੈ ਫੀਚਰਸ, ਕਿਉਂਕਿ ਕਈ ਵਾਰੀ ਕੀ ਹੈ ਸਟੇਟਮੈਂਟ ਬੇਸਡ ਕੁਐਸਚਨ ਵੀ ਇਸ ਤਰ੍ਹਾਂ ਦੇ ਆਉਂਦੇ ਨੇ ਬੈਲਿਸਟਿਕ ਮਿਸਾਈਲ ਤੇ ਕਰੂਜ਼ ਮਿਸਾਈਲ ਦੇ। ਐਜ਼ ਸਚ ਯੂ ਮਸਟ ਰਿਮੈਂਬਰ ਦ ਬੇਸਿਕ ਫੀਚਰ। ਅਨਦਰ ਇੰਪੋਰਟੈਂਟ ਥਿੰਗ, ਕੋਈ ਵੀ ਮਿਸਾਈਲ ਹੈ ਉਹਦੀ ਸਪੀਡ ਕਿੰਨੀ ਹੈ ਉਹਨੂੰ ਜਿਹੜਾ ਆਪਾਂ ਮੈਜਰ ਕਰਦੇ ਆ, ਮਾਪਦੇ ਆ, ਉਹਦੇ ਲਈ ਇੱਕ ਨੰਬਰ ਹੈ that is ਮੈਚ ਨੰਬਰ। ਸੋ ਮੈਚ ਨੰਬਰ ਕੀ ਹੈ? ਆਬਜੈਕਟ ਆਫ ਸਪੀਡ ਡਿਵਾਈਡਡ ਬਾਈ ਸਪੀਡ ਆਫ ਸਾਊਂਡ। ਸੋ ਇਹ ਫਾਰਮੂਲਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਹੈ ਜੁਲਾਈ ਮਹੀਨੇ ਦੀਆਂ ਦੋ ਇੰਪੋਰਟੈਂਟ ਡਿਫੈਂਸ ਐਕਸਰਸਾਈਜ਼ ਹੋਈਆਂ ਨੇ, ਰਿਮਪੈਕ ਤੇ ਮੈਰੀਟਾਈਮ ਪਾਰਟਨਰਸ਼ਿਪ ਐਕਸਰਸਾਈਜ਼। ਰਿਮਪੈਕ ਦੇ ਵਿੱਚ 26 ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਇਨਕਲੂਡਿੰਗ ਇੰਡੀਆ, ਤੇ ਜਿਹੜੀ ਮੈਰੀਟਾਈਮ ਸੀ ਇਹਦੇ ਜਾਪਾਨ ਤੇ ਭਾਰਤ, ਤੇ ਇਹ ਹੋਈ ਸੀ ਅੰਡੇਮਾਨ ਸੀ ਵਿੱਚ। ਉਸ ਤੋਂ ਬਾਅਦ ਹੈ ਜੂਨ 2022 ਦੀ ਸਭ ਤੋਂ ਪਹਿਲੀ ਤੇ ਬਹੁਤ ਇੰਪੋਰਟੈਂਟ, ਇਹਦਾ ਐਡੀਸ਼ਨ ਵੀ ਯਾਦ ਰੱਖਣਾ ਹੈ, 38th ਐਡੀਸ਼ਨ ਸੀ 2022 ਦਾ ਇੰਡ ਇੰਡੋ ਕਾਰਪੈਟ, ਇੰਡੋਨੇਸ਼ੀਆ ਤੇ ਭਾਰਤ ਦੇ ਵਿਚਕਾਰ, ਤੇ ਲੋਕੇਸ਼ਨ ਸੀ ਅੰਡੇਮਾਨ ਸੀ, ਮਲਾਕਾ ਸਟ੍ਰੇਟ। ਖਾਨ ਕੁਐਸਟ 2022 ਮੰਗੋਲੀਆ ਤੇ ਭਾਰਤ ਦੀ, ਸੰਪ੍ਰਿਤੀ ਐਕਸ, ਇਹ ਵੀ ਬਾਰ-ਬਾਰ ਪੇਪਰ ਚ ਆਉਂਦੀ ਹੈ, ਭਾਰਤ ਤੇ ਬੰਗਲਾਦੇਸ਼। ਸੋ ਇਹ ਇੰਪੋਰਟੈਂਟ ਡਿਫੈਂਸ ਐਕਸਰਸਾਈਜ਼ਸ ਜੋ ਕਰੰਟ ਅਫੇਅਰ ਬੇਸਡ ਨੇ, ਤੁਸੀਂ ਯਾਦ ਰੱਖਣੀਆਂ ਨੇ।